ਹਾਂਜੀ ਸਰੋਤਿਓ, ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫਿਰ। ਜੋ ਅਸੀਂ ਸਾਖੀਆਂ ਦੇ ਵਿੱਚੋਂ ਪੜਚੋਲ ਕਰ ਰਹੇ ਹਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਅਸਲੀ ਜੀਵਨ ਜਾਂਚ ਦੇ ਵਿੱਚੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਨਾਲੇ ਨਾਲ ਜੋ ਉਹਨਾਂ ਦੇ ਨਾਲ ਮੜਿਆ ਗਿਆ, ਵਾਰ-ਵਾਰ ਆਪਾਂ ਨੂੰ ਇਹ ਕਹਿਣਾ ਪੈਂਦਾ ਹੈ ਕਿ ਗੁਰੂ ਪਾਤਸ਼ਾਹ ਜੀ ਦੇ ਕਿਰਦਾਰ ਨੂੰ, ਉਹਨਾਂ ਦੇ ਜੀਵਨ ਨੂੰ ਜਿੱਥੇ ਵਿਗਾੜਨ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪੁਜਾਰੀਵਾਦ ਦਾ ਜਿਹਾ ਜਾਲ ਉਹਨਾਂ ਦੇ ਸਿਰ ਮੜਿਆ ਗਿਆ, ਨਾਲੇ ਨਾਲ ਕਿਤੇ ਨਾ ਕਿਤੇ ਅਜਿਹੀਆਂ ਚੀਜ਼ਾਂ ਵੀ ਪੜ੍ਹਨ ਨੂੰ ਮਿਲੀਆਂ ਜਿਹਦੇ ਵਿੱਚ ਕੇਵਲ ਤੇ ਕੇਵਲ ਉਹ ਇੱਕ ਕਰਾਮਾਤੀ ਔਰ ਇੱਕ ਤਰੀਕੇ ਦੇ ਜਾਦੂਗਰ ਬਣਾ ਕੇ ਉਹਨਾਂ ਨੂੰ ਪੇਸ਼ ਕੀਤਾ ਗਿਆ। 8 ਭਾਗ ਆਪਾਂ ਸੁਣ ਚੁੱਕੇ ਹਾਂ। ਅੱਜ 9ਵੇਂ ਭਾਗ ਦੇ ਵਿੱਚ ਜਨਮ ਸਾਖੀਆਂ ਦੀ ਪੜਚੋਲ ਦੇ ਵਿੱਚ ਆਪਾਂ ਸ਼ਿਰਕਤ ਕਰ ਰਹੇ ਹਾਂ, ਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਸਟੂਡੀਓ ਦੇ ਵਿੱਚ ਬਿਰਾਜਮਾਨ ਨੇ ਸਤਿਕਾਰਯੋਗ ਪ੍ਰੋਫੈਸਰ ਬਾਪੂ ਇੰਦਰ ਸਿੰਘ ਜੀ ਘੱਗਾ। ਆਪਾਂ ਉਹਨਾਂ ਤੋਂ ਹਮੇਸ਼ਾ ਹੀ ਇਹਨਾਂ ਦੀ ਬਰੀਕੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਵੇਂ ਗੁਰੂ ਪਾਤਸ਼ਾਹ ਜੀ ਦੇ ਜੀਵਨ ਦਾ ਵਿਗਾੜ ਇੱਕ ਬਣਾ ਕੇ ਸਾਖੀਆਂ ਦੇ ਨਾਮ ਦੇ ਨਾਲ ਗੁਰੂ ਨਾਨਕ ਦੀ ਜੀਵਨ ਕਲਾ ਦੇ ਅਨੁਸਾਰ ਸਾਡੇ ਸਿਰ ਤੇ ਬਣਨ ਦੀ ਕੋਸ਼ਿਸ਼ ਕੀਤੀ ਗਈ ਹੈ। ਗੁਰੂ ਨਾਨਕ ਇੱਕ ਸੱਚ ਦੇ ਪੁਜਾਰੀ ਜਿਨ੍ਹਾਂ ਨੇ ਇਹ ਸਵਾਲ ਖੜਾ ਕੀਤਾ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਜਿਹੜੇ ਖੁਦ ਕੂੜ ਦੀ ਕੰਧ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ, ਉਹਨਾਂ ਦੀ ਜ਼ਿੰਦਗੀ ਔਰ ਆਮ ਮਨੁੱਖਾਂ ਦੇ ਵਿਚਾਲੇ ਇੱਕ ਕੂੜ, ਇੱਕ ਉਹਨਾਂ ਨੂੰ ਰੱਬ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦਿਆਂ ਕੁਛ ਦਾ ਕੁਛ ਬਣਾ ਕੇ ਗੁਰੂ ਨਾਨਕ ਦੇ ਅਸਲੀ ਆਦਰਸ਼ਾਂ ਤੋਂ ਸਾਨੂੰ ਦੂਰ ਕਰ ਦਿੱਤਾ, ਔਰ ਪੁਜਾਰੀਵਾਦ ਨੇ ਅਜਿਹਾ ਜਾਲ ਬੁਣ ਲਿਆ ਜਿਹਦੇ ਵਿੱਚ ਅਸੀਂ ਗੁਰੂ ਪਾਤਸ਼ਾਹ ਜੀ ਦੀ ਉਸ ਜੀਵਨ ਦੀ ਸੱਚਾਈ ਤੋਂ ਕੋਹਾਂ ਦੂਰ ਹੋ ਗਏ ਔਰ ਉਹੀ ਕੰਮ ਕਰਨ ਲੱਗੇ ਜਿਹੜੇ ਵਿਪਰਵਾਦ ਤੋਂ ਗੁਰੂ ਨਾਨਕ ਰੈਵੋਲੂਸ਼ਨ ਖੜਾ ਕਰਨਾ ਚਾਹੁੰਦੇ ਸਨ, ਸਾਨੂੰ ਆਜ਼ਾਦ ਕਰਨਾ ਚਾਹੁੰਦੇ ਸਨ, ਸਾਡੀ ਮਾਨਸਿਕਤਾ ਦੇ ਵਿੱਚ ਕੁਝ ਹੋਰ ਨਵਾਂ ਚਾਨਣ ਭਰਨਾ ਚਾਹੁੰਦੇ ਸਨ। ਆਓ ਬਾਪੂ ਜੀ ਦੇ ਨਾਲ ਫਤਿਹ ਸਾਂਝੀ ਕਰਕੇ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਾਪੂ ਜੀ, ਠੀਕ ਠਾਕ ਹੋ ਜੀ? ਹਾਂਜੀ, ਚੜ੍ਹਦੀ ਕਲਾ। ਬਾਪੂ ਜੀ, ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਸੇ ਤਰੀਕੇ ਨਾਲ ਆਪਾਂ ਪਿਛਲੇ ਦਿਨੀ ਸਿੰਗਲਾਦੀਪ ਦੀ ਗੱਲ ਕੀਤੀ ਸੀ, ਜਿਹਨੂੰ ਸ਼੍ਰੀਲੰਕਾ ਦੇ ਨਾਮ ਨਾਲ ਆਪਾਂ ਜਾਣਦੇ ਵੀ ਹਾਂ, ਤੇ ਬਹੁਤ ਤਰ੍ਹਾਂ ਦੀਆਂ ਗੱਲਾਂ ਇਹਦੇ ਬਾਰੇ ਵੀ ਦਰਜ ਕੀਤੀਆਂ ਗਈਆਂ ਸਾਖੀਆਂ ਦੇ ਵਿੱਚ। ਗੁਰੂ ਨਾਨਕ ਦੇ ਬਾਰੇ ਆਪਾਂ ਪਹਿਲਾਂ ਇਹ ਪੜ੍ਹ ਚੁੱਕੇ ਹਾਂ ਕਿ ਉਹਨਾਂ ਦਾ ਇੱਕ ਸਿੱਖ ਸੀ ਜਿਹਦਾ ਨਾਮ ਮਨਸੁਖ ਸੀ, ਤੇ ਉਹ ਵਪਾਰੀ ਸੀ, ਉਹ ਉਧਰ ਗਿਆ, ਔਰ ਪਿਛਲੇ ਪ੍ਰੋਗਰਾਮ ਦੇ ਵਿੱਚ ਇਹਦੀ ਆਪਾਂ ਡੀਪਲੀ ਵਿਚਾਰ ਕੀਤੀ ਸੀ ਕਿ ਉਹਨੇ ਉਹਨਾਂ ਦੀਆਂ ਹਦਾਇਤਾਂ ਦਾ ਪਾਲਣ ਨਹੀਂ ਕੀਤਾ ਜਿਹੜੀਆਂ ਰਾਜੇ ਸ਼ਿਵਨਾਬ ਨੇ ਉੱਥੇ ਦਿੱਤੀਆਂ ਹੋਈਆਂ ਸਨ। ਉਹਨੂੰ ਸਵਾਲ ਕੀਤੇ ਗਏ ਕਿ ਤੂੰ ਏਦਾਂ ਕਿਉਂ ਕਰਦਾ, ਤੂੰ ਹਿੰਦੂ ਹੈ ਕਿ ਮੁਸਲਮਾਨ ਹੈ ਭਾਈ? ਉਹਨੇ ਕਿਹਾ ਕਿ ਮੈਂ ਤਾਂ ਗੁਰੂ ਨਾਨਕ ਦਾ ਸਿੱਖ ਹਾਂ, ਤੇ ਮੈਂ ਇਸ ਕਰਕੇ ਏਦਾਂ ਦੇ ਆਦਰਸ਼ਾਂ ਨੂੰ ਜਿਹੜਾ ਹੈ ਉਹ ਫੋਲੋ ਕਰਦਾ। ਜਦੋਂ ਸ਼ਿਵਨਾਬ ਰਾਜੇ ਨੇ ਕਿਹਾ ਕਿ ਮੈਨੂੰ ਗੁਰੂ ਦੇ ਦੀਦਾਰ ਕਰਾਓ, ਗੁਰੂ ਨਾਨਕ ਨਾਲ ਮਿਲਾਓ, ਤਾਂ ਅੱਗੋਂ ਜਵਾਬ ਮਿਲਿਆ, ਕਹਿੰਦੇ ਤੂੰ ਇੱਥੇ ਬੈਠ ਕੇ ਉਹਦਾ ਆਰਾਧਨ ਕਰ, ਉਹ ਤੇਰੇ ਕੋਲ ਚੱਲ ਕੇ ਆ ਜਾਣਗੇ ਜੇ ਤੇਰੀ ਆਰਾਧਨਾ, ਤੇਰੀ ਭਗਤੀ ਸੱਚੀ ਹੋਵੇਗੀ। ਆਪਾਂ ਇਹਦੇ ਬਾਰੇ ਗੱਲ ਕੀਤੀ ਸੀ ਕਿ ਇਦਾਂ ਦੀ ਟੈਲੀਪੈਥੀ ਤੋਂ ਅਸੀਂ ਬਹੁਤ ਜ਼ਿਆਦਾ ਅੱਗੇ ਨਿਕਲ ਚੁੱਕੇ ਹਾਂ। ਇਦਾਂ ਦੀਆਂ ਗੱਲਾਂ ਜਿਹੜੀਆਂ ਪੁਰਾਣੇ ਸਮੇਂ ਦੇ ਵਿੱਚ ਕੀਤੀਆਂ ਜਾਂਦੀਆਂ ਸਨ, ਹੁਣ ਆਪਾਂ ਇਹ ਅਗਲੀ ਗੱਲ ਨੂੰ ਅੱਗੇ ਵਧਾਉਂਦਿਆਂ ਹੋਇਆਂ ਗੁਰੂ ਨਾਨਕ ਉੱਥੇ ਪਹੁੰਚਦੇ ਆ ਤੇ ਕਿਵੇਂ ਪਹੁੰਚਦੇ ਆ, ਇਹਦੇ ਬਾਰੇ ਅੱਜ ਜਿਹੜੀ ਪਹਿਲੀ ਗੱਲਬਾਤ ਹੈ। ਕਹਿੰਦੇ ਸਾਖੀਆਂ ਦੇ ਵਿੱਚ ਲਿਖਿਆ ਕਿ ਗੁਰੂ ਨਾਨਕ ਤੇ ਮਰਦਾਨਾ ਜੀ ਮੱਛ ਤੇ ਚੜ੍ਹ ਕੇ ਗਏ। ਕਿਤੇ ਕਿਤੇ ਏਦਾਂ ਲਿਖਿਆ ਜਾਂਦਾ ਹੈ ਕਿ ਉਹਨਾਂ ਨੇ ਮੂਲ ਮੰਤਰ ਕੀਤਾ ਤੇ ਮੂਲ ਮੰਤਰ ਕਰਕੇ ਉੱਥੇ ਪਹੁੰਚ ਗਏ। ਆਪਾਂ ਵੇਖੋ ਅੱਜ ਹਵਾਈ ਜਹਾਜ਼ ਦੀ ਵਰਤੋਂ ਕਰਦੇ ਹਾਂ, ਬੱਸਾਂ ਦੀ ਵਰਤੋਂ ਕਰਦੇ ਹਾਂ, ਸਾਈਕਲ ਦੀ ਵਰਤੋਂ ਕਰਦੇ ਹਾਂ, ਜਿਹਦੇ ਕੋਲੇ ਕੁਛ ਵੀ ਨਹੀਂ ਆਪਣੇ 2 ਪੈਰਾਂ ਦੀ ਵਰਤੋਂ ਕਰ ਲੈਂਦਾ। ਪਰ ਪਿਆਰ ਵਾਲਿਓ, ਕੋਈ ਏਦਾਂ ਦਾ ਜਿਹੜਾ ਇੱਥੇ ਬਣਾਇਆ ਗਿਆ ਕਿ ਉਹ ਮੱਛ ਤੇ ਚੜ੍ਹ ਕੇ ਗਏ ਜਾਂ ਮੂਲ ਮੰਤਰ ਪੜ੍ਹ ਕੇ ਉਹ ਏਦਾਂ ਹੀ ਗਾਇਬ ਹੋ ਜਾਂਦੇ ਸਨ, ਏਦਾਂ ਦੀਆਂ ਗੱਲਾਂ ਦੇ ਬਾਰੇ ਆਓ ਆਪਾਂ ਬਾਪੂ ਜੀ ਤੋਂ ਇਹਦੀ ਵਿਚਾਰ ਪੁੱਛਦੇ ਹਾਂ। ਹਾਂਜੀ ਬਾਪੂ ਜੀ। ਇੱਥੇ ਕਮਾਲ ਤਾਂ ਇਹ ਹੈ ਕਿ ਇੱਕ ਪਾਸੇ ਤਾਂ ਗੁਰੂ ਨਾਨਕ ਸਾਹਿਬ ਨੂੰ ਵੇਈ ਨਦੀ ਦੇ ਵਿੱਚ ਚੁੱਭੀ ਮਰਵਾ ਦਿੱਤੀ, 3 ਦਿਨ ਵੇਈ ਨਦੀ ਚੋਂ ਨਿਕਲੇ ਨਹੀਂ ਹਨ, ਤੇ ਆਕਾਸ਼ ਦੇ ਵਿੱਚ ਫਿਰ ਉਡਾਰੀ ਮਾਰ ਕੇ ਚਲੇ ਗਏ। ਉੱਥੇ ਧਰਮਰਾਜ ਨਾਲ ਕਿ ਰੱਬ ਨਾਲ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ। ਬਹੁਤ ਕੁਝ ਲੰਮੀ ਕਹਾਣੀ ਹੈ ਇਹ ਕਿ ਗੁਰੂ ਨਾਨਕ ਸਾਹਿਬ ਕੋਲੇ ਇੰਨੀਆਂ ਅਲੌਕਿਕ ਸ਼ਕਤੀਆਂ ਸੀ, ਉਹ ਉਡਾਰੀ ਮਾਰ ਕੇ ਆਕਾਸ਼ ਤੇ ਵੀ ਜਾ ਸਕਦੇ ਸੀ। ਇੱਥੋਂ ਤੱਕ ਧਰੂ ਤਾਰੇ ਤੱਕ ਵੀ ਗੁਰੂ ਨਾਨਕ ਸਾਹਿਬ ਨੂੰ ਭੇਜਿਆ ਹੋਇਆ ਇਹਨਾਂ ਲੋਕਾਂ ਨੇ। ਹਾਂਜੀ, ਪਰ ਹੈਰਾਨੀ ਹੁੰਦੀ ਹੈ ਕਿ 25-30 ਮੀਲ ਦਾ ਫਾਸਲਾ ਲੰਕਾ ਦੇ ਵਿੱਚ ਉਡਾਰੀ ਮਾਰ ਕੇ ਗੁਰੂ ਨਾਨਕ ਸਾਹਿਬ ਨਹੀਂ ਜਾ ਸਕੇ। ਉਹਨਾਂ ਨੂੰ ਲੱਭ ਕੇ ਮੱਛ ਲਿਆਉਣਾ ਪਿਆ। ਮੱਛ ਜਿਹੜਾ ਕਿ ਕਦੇ ਵੀ ਮਗਰਮੱਛ ਅਸਲ ਦੇ ਵਿੱਚ ਵੀ ਮਗਰਮੱਛ ਕਦੇ ਵੀ ਬੰਦੇ ਨੂੰ ਮਾਰ ਕੇ ਖਾ ਸਕਦਾ ਹੈ ਜੀ।
ਤੇ ਮੱਛ ਹੈ ਜਿਹੜਾ ਇਹ ਸਵਾਰੀ ਨਹੀਂ ਕਰਨ ਦਿੰਦਾ ਹੁੰਦਾ ਕਿਸੇ ਨੂੰ, ਨਾ ਦੂਜਾ ਮੱਛ ਹੈ ਉਹ ਤੇ ਸਵਾਰੀ ਹੋ ਸਕਦੀ ਹੈ। ਆਮ ਛੋਟੀਆਂ ਮੱਛੀਆਂ ਨੂੰ ਜੇ ਹੱਥ 'ਚ ਵੀ ਪਕੜਨ ਲੱਗੀਏ, ਇੰਨਾ ਉਹਨਾਂ ਤੇ ਸਰੀਰ ਦੇ ਉੱਤੇ ਚਿਕਨਾਈ ਹੁੰਦੀ ਹੈ, ਤਿਲਕਣ ਹੁੰਦੀ ਹੈ ਕਿ ਅਸੀਂ ਉਹਨੂੰ ਹੱਥ 'ਚ ਵੀ ਨਹੀਂ ਪਕੜ ਸਕਦੇ, ਉਹ ਤਿਲਕ ਕੇ ਇੱਕਦਮ ਨਿਕਲ ਕੇ ਚਲੀ ਜਾਂਦੀਆਂ ਨੇ। ਤੇ ਗੁਰੂ ਨਾਨਕ ਸਾਹਿਬ ਤੇ ਮਰਦਾਨਾ ਜੀ ਚੌਂਕੜਾ ਮਾਰ ਕੇ ਉੱਤੇ ਬੈਠ ਗਏ, ਤਿਲਕ ਕੇ ਨਹੀਂ ਡਿੱਗੇ, ਮੱਛੀ ਨੇ ਉਹਨਾਂ ਨੂੰ ਕਿਧਰੇ ਪਾਸੇ ਡੂੰਘੇ ਪਾਣੀ 'ਚ ਨਹੀਂ ਲੈ ਕੇ ਗਈ, ਤੇ ਜਿਵੇਂ ਜਿਵੇਂ ਕਹਿੰਦੇ ਗਏ ਉਧਰ ਹੀ ਤੁਰਦੇ ਗਏ, ਜਾਂ ਮਗਰਮੱਛ ਲੈ ਕੇ ਗਿਆ। ਹੁਣ ਇਹ ਦੋ ਚੀਜ਼ਾਂ ਤਾਂ ਇਹਨਾਂ ਨੇ ਜੋੜ ਦਿੱਤੀਆਂ, ਤੀਜੀ ਨਾਲ ਇਹ ਵੀ ਜੋੜਤੀ, ਕਿਉਂਕਿ 4-5 ਜਨਮ ਸਾਖੀਆਂ ਨੇ, ਹਰੇਕ ਦੇ ਵਿਚਾਰ ਆਪਸ ਚ ਨਹੀਂ ਮਿਲਦੇ, ਜਿਵੇਂ ਕਿਸੇ ਦਾ ਦਿਲ ਕੀਤਾ ਉਸ ਤਰ੍ਹਾਂ ਲਿਖ ਦਿੱਤਾ। ਦੂਜੇ ਨੇ ਕਿਸੇ ਨੇ ਕਹਿ ਦਿੱਤਾ, ਕਹਿੰਦੇ ਜੀ ਉਹਨਾਂ ਨੇ ਮੰਤਰ ਦਾ ਮੂਲ ਮੰਤਰ ਏਕ ਓਂਕਾਰ ਸਤਨਾਮ, ਇਹਦਾ ਜਾਪ ਕੀਤਾ ਮਰਦਾਨਾ ਜੀ ਨੇ ਅਤੇ ਗੁਰੂ ਨਾਨਕ ਨੇ, ਤੇ ਉਹ ਮੰਤਰ ਦਾ ਜਾਪ ਕਰਕੇ ਪਰਲੇ ਪਾਸੇ ਜਾ ਰਹੇ। ਤੇ ਇਹਨਾਂ ਕਹਾਣੀਆਂ ਨੂੰ ਚਲੋ ਉਹ ਤਾਂ ਲਿਖਾਰੀ ਦੀ ਸੋਚ 500 ਸਾਲ 400 ਸਾਲ ਪਹਿਲਾਂ ਇੱਥੇ ਖੜੀ ਸੀ, ਸਾਡੇ ਬਹੁਤੇ ਪ੍ਰਚਾਰਕਾਂ ਦੀ ਤੇ ਬਹੁਤੇ ਲੋਕਾਂ ਦੀ ਅੱਜ ਵੀ ਸੋਚ 400 ਸਾਲ ਬੀਤਣ ਤੋਂ ਬਾਅਦ ਵੀ ਅੱਜ ਤੱਕ ਇੱਥੇ ਖੜੀ ਹੈ। ਇਹਨਾਂ ਮੰਤਰ ਜਾਪਾਂ ਤੇ ਉਹ ਤਾਂ ਹੀ ਵਿਸ਼ਵਾਸ ਕਰੀ ਬੈਠੇ ਨੇ ਕਿ ਜੇ ਲੰਕਾ ਦੇ ਵਿੱਚ ਮੰਤਰ ਜਾਪ ਨਾਲ ਉਡਾਰੀ ਮਾਰ ਕੇ ਜਾਇਆ ਜਾ ਸਕਦਾ ਤੇ ਅੱਜ ਅਸੀਂ ਉਡਾਰੀਆਂ ਕਿਉਂ ਨਹੀਂ ਮਾਰਦੇ। ਮਸਕੀਨ ਵਰਗੇ ਜਾਂ ਹੋਰ ਜਿਹੜੇ ਇੱਥੇ ਬਹੁਤਾ ਵੱਡਾ ਇੱਕ ਮਸਕੀਨ ਦੇ ਵੀ ਨੰਬਰ ਕੱਟ ਗਿਆ, ਠਾਕਰ ਸਿੰਘ ਇੱਥੇ ਪਟਿਆਲੇ ਵਾਲਾ, ਹਾਂਜੀ, ਤੇ ਉਹ ਵੀ ਬਰਮ ਕਵਚ ਪੜ੍ਹ ਲਓ ਜਾਂ ਫਲਾਣੀ ਬਾਣੀ ਪੜ੍ਹ ਲਓ, ਤੁਹਾਨੂੰ ਆਹ ਮਿਲੂਗਾ, ਉਹ ਇੰਨੀਆਂ ਉਡਾਰੀਆਂ ਮਰਵਾ ਦਿੰਦਾ। ਇੱਥੋਂ ਤੱਕ ਵੀ ਉਹ ਕਹਿ ਗਿਆ, ਕਹਿੰਦਾ ਜਿਹੜਾ ਆਹ ਇੰਟਰਨੈਟ ਜਿੱਦਣ ਦਾ ਆਇਆ ਤੇ ਮੋਬਾਈਲ ਜਿੱਦਣ ਦਾ ਆਇਆ ਉਦਣ ਦਾ ਸਾਡਾ ਬੇੜਾ ਬੈਠਣਾ ਸ਼ੁਰੂ ਹੋ ਗਿਆ। ਜਿੰਨਾ ਚਿਰ ਇਹ ਦੁਨੀਆ ਦੇ ਵਿੱਚੋਂ ਮੋਬਾਈਲ ਇੰਟਰਨੈਟ ਵਗੈਰਾ ਪੂਰੀ ਤਰ੍ਹਾਂ ਖਤਮ ਨਹੀਂ ਹੁੰਦਾ, ਉਹਨਾਂ ਚਿਰ ਲੋਕਾਂ ਨੇ ਬਾਣੀ ਨਹੀਂ ਪੜ੍ਹਨੀ, ਉਹਨਾਂ ਚਿਰ ਉਹਨਾਂ ਨੂੰ ਬਰਮ ਕਵਚ ਨਹੀਂ ਪੜ੍ਹਨਾ, ਉਹਨਾਂ ਚਿਰ ਉਹਨਾਂ ਕੋਲੇ ਸ਼ਕਤੀਆਂ ਨਹੀਂ ਆਉਣੀਆਂ। ਇੱਥੋਂ ਤੱਕ ਵੀ ਉਹ ਬੋਲੀ ਜਾ ਰਿਹਾ ਬੰਦਾ। ਹਾਂਜੀ, ਤੇ ਉਹ ਸਾਰਾ ਕੁਝ ਜਿਹੜਾ ਇਹਨਾਂ ਦਾ ਅਸਲ ਦੇ ਵਿੱਚ ਜੜਾਂ ਹੋ ਰਹੀਆਂ ਨੇ ਖੋਖਲੀਆਂ। 400 ਸਾਲ ਪਹਿਲਾਂ ਤਾਂ ਆਪਾਂ ਮੰਨ ਸਕਦੇ ਹਾਂ ਕਿ ਉਸ ਬੰਦੇ ਦੀ ਵਿਚਾਰੇ ਦੀ ਅਕਲ ਇੰਨੀ ਕੁ ਸੀ, ਪਰ ਅੱਜ ਸਾਡੀ ਅਕਲ ਨੂੰ ਪਤਾ ਨਹੀਂ ਕਿਹੜਾ ਚੋਰ ਲੈ ਗਿਆ ਚੋਰੀ ਕਰਕੇ, ਜਾਂ ਅਸੀਂ ਕਿਹੜੇ ਅੱਗ ਲਾ ਕੇ ਫੂਕਤੀ ਇਹੋ ਜਿਹੀ ਅਕਲ ਜਿਹੜੀ ਕਿ ਸਾਨੂੰ ਕੁਝ ਵੀ ਨਹੀਂ ਸੁਝਦਾ ਕਿ ਇਹ ਗੱਲਾਂ ਹੋ ਸਕਦੀਆਂ ਨੇ ਕਿ ਨਹੀਂ ਹੋ ਸਕਦੀਆਂ। ਗੁਰੂ ਨਾਨਕ ਸਾਹਿਬ ਨੂੰ ਜਿਹੜਾ ਲੰਕਾ ਦੇ ਵਿੱਚ ਭੇਜਣ ਵਾਸਤੇ ਜਿਨ੍ਹਾਂ ਨੇ ਦੂਜਿਆਂ ਨੇ ਭੇਜਣਾ ਸੀ, ਰਾਮਚੰਦਰ ਨੇ ਖਬਰਸਾਰ ਲੈਣ ਵਾਸਤੇ, ਉਹਨੇ ਵੀ ਹਨੂਮਾਨ ਤੇ ਉਡਾਰੀ ਮਰਵਾ ਦਿੱਤੀ। ਜਦੋਂ ਇੱਧਰ ਨੂੰ ਰਾਵਣ ਆਉਂਦਾ, ਉਹਦੇ ਕੋਲੇ ਤਾਂ ਕਹਿੰਦੇ ਪੁਸ਼ਪਕ ਵਿਮਾਨ ਸੀ, ਜਹਾਜ਼ ਸੀ, ਉਹ ਤਾਂ ਜਹਾਜ਼ ਤੇ ਉਡਾਰੀ ਮਾਰ ਕੇ ਆਉਂਦਾ ਸੀ, ਤੇ ਹਨੂਮਾਨ ਬਿਨਾਂ ਉਡਾਰੀ ਮਾਰੇ ਤੋਂ ਉੱਧਰ ਪਹੁੰਚ ਗਿਆ। ਉਹੀ ਕਹਾਣੀਆਂ ਇਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਨਾਲ ਵਿੰਗੇ ਟੇਢੇ ਢੰਗ ਨਾਲ ਜੋੜੀਆਂ ਹੋਈਆਂ ਨੇ ਕਿ ਸਾਡਾ ਬਾਬਾ ਵੀ ਉਹਨਾਂ ਵਰਗੇ ਕੰਮ ਹੀ ਕਰਦਾ ਸੀ, ਤੇ ਉਸੇ ਤਰ੍ਹਾਂ ਜਾਂ ਤਾਂ ਉਡਾਰੀ ਮਾਰ ਕੇ ਮੰਤਰ ਪੜ੍ਹ ਕੇ ਚਲਾ ਗਿਆ, ਜਾਂ ਫਿਰ ਮਗਰਮੱਛ ਤੇ ਜਾਂ ਕਿਸੇ ਹੋਰ ਮੱਛ ਤੇ ਬਹਿ ਕੇ ਚਲਾ ਗਿਆ, ਤੇ ਬਾਕੀ ਜਹਾਜ਼ ਜੂਜ ਦੀ ਤਾਂ ਕੀ ਕਰਨਾ, ਅਸੀਂ ਸਾਡਾ ਤਾਂ ਇਹਨਾਂ ਨਾਲ ਹੀ ਕੰਮ ਸਰੀ ਜਾਂਦਾ। ਬਿਲਕੁਲ ਜੀ, ਜਦੋਂ ਲਖਵੀਰ ਸਿੰਘ ਗਿਆਨੀ ਜੀ ਨੇ ਆਪਣੇ ਕੈਨੇਡਾ ਵਾਲਿਆਂ ਨੇ ਇਹਦੀ ਗੱਲਬਾਤ ਕੀਤੀ ਨਾ ਰੇਡੀਓ ਵਿਰਸਾ NZ ਦੇ ਉੱਪਰ ਵੀ, ਤਾਂ ਉਹਨਾਂ ਨੇ ਕਿਹਾ ਵੀ ਜਦੋਂ ਮੱਛੀ ਤੇ ਚੜ੍ਹ ਕੇ ਗਏ ਸੀ ਤੇ ਉਹਨਾਂ ਨੇ ਉਹ ਜਿਹੜਾ ਮੱਛ ਸੀ ਪਹਿਲਾਂ ਉਹਨਾਂ ਨੇ ਉਹਦੇ ਵਿੱਚ ਮੱਛੀ ਲਿਖਿਆ, ਆਪਣੇ ਸੂਰਜ ਪ੍ਰਕਾਸ਼ ਦੀ ਗੱਲ ਕਰਦੇ ਆ, ਤੇ ਕਹਿੰਦੇ ਉਧਰ ਜਾ ਕੇ ਉਹ ਮੱਛੀ ਖਾ ਵੀ ਲਈ ਸੀ ਉਹਨਾਂ ਨੇ। ਔਰ ਇਹ ਗੱਲ ਸੀ ਵੀ ਇੱਥੇ ਸਵਾਲ ਉਦੋਂ ਵੀ ਖੜਾ ਹੋਇਆ ਸੀ, ਯਾਰ ਜਿਨ੍ਹਾਂ ਨੂੰ ਇਹ ਪਤਾ ਹੋਵੇ ਵੀ ਅਸੀਂ ਮੱਛੀ ਤੇ ਚੜ੍ਹ ਕੇ ਆਏ ਆ, ਵੀ ਆ ਤਾਂ ਗਏ ਆ, ਫਿਰ ਜੇ ਖਾ ਹੀ ਲਈ ਤੇ ਜਾਣਾ ਕਾਹਤੇ ਹੈ। ਨਹੀਂ, ਉੱਥੇ ਹੋਰ ਉਹਨਾਂ ਨੇ ਕਹਾਣੀ ਬੜੀ ਵਧੀਆ ਬਣਾਈ ਹੋਈ ਹੈ ਜੀ। ਕਹਿੰਦੇ ਉਹਦਾ ਵਿਚਾਰਾ ਜੀ, ਉਹਦਾ ਜਿਹੜਾ ਇੱਕ ਜਨਮ ਹੈ ਉਹ ਕੱਟਣਾ ਸੀ, ਮੁਕਤੀ ਦੇਣੀ ਸੀ ਉਹਨੂੰ। ਹਾਂਜੀ, ਪਰ ਜੇ ਕਿਸੇ ਨੂੰ ਖਾ ਕੇ ਮੁਕਤੀ ਹੁੰਦੀ ਹੈ ਫਿਰ ਤਾਂ ਸਾਡੇ ਇੱਕ ਦੂਜੇ ਨੂੰ ਵਾਢਾ ਹੀ ਧਰ ਲੈਣਾ ਚਾਹੀਦਾ ਫਿਰ। ਬਿਲਕੁਲ ਜੀ, ਬਿਲਕੁਲ। ਇਹ ਗੱਲਾਂ ਜਿਹੜੀਆਂ ਬਹੁਤ ਹਾਸੋਹੀਣੀਆਂ, ਅਸਲ ਦੇ ਵਿੱਚ ਜਿੱਥੇ ਨਾਲ ਟੈਕਨੋਲੋਜੀ ਦਾ ਜ਼ਮਾਨਾ ਹੈ, ਸਾਡੇ ਜਿੰਨੇ ਟੀਵੀ ਦੇ ਸੀਰੀਅਲ ਵਗੈਰਾ ਇਦਾਂ ਦੇ ਚੱਲਦੇ ਆ ਨਾ, ਜਿਹਦੇ ਵਿੱਚ ਕਿ ਸ਼ਕਤੀਆਂ ਹੀ ਕਿਤੇ ਸ਼ਕਤੀਮਾਨ ਦਿਖਾਇਆ ਜਾਂਦਾ ਹੈ, ਕਿਤੇ ਕੁਝ ਹੋਰ ਏਦਾਂ ਦੇ ਸੀਰੀਅਲ ਦਿਖਾਏ ਜਾਂਦੇ ਜਿਹਦੇ ਵਿੱਚ ਏਦਾਂ ਦੇ ਪ੍ਰਗਟਾਵੇ ਕੀਤੇ ਜਾਂਦੇ ਆ ਕਿ ਬਹੁਤ ਸਾਰੀਆਂ ਜਿਹੜੇ ਬੱਚੇ ਨੇ ਛੋਟੇ ਛੋਟੇ ਉਹ ਉਦਾਂ ਦੀਆਂ ਚੀਜ਼ਾਂ ਦੇ ਵਿੱਚ ਬਿਲੀਵ ਕਰਨ ਲੱਗਦੇ। ਹੈ ਤਾਂ ਬੱਚਿਆਂ ਦੇ ਲਈ ਰੌਚਕ ਜਿਹੜੀਆਂ ਇਹ ਗੱਲਾਂ ਹੋਈਆਂ ਹੋਈਆਂ, ਪਰ ਉਹ ਰੌਚਕਤਾ ਕਿਤੇ ਨਾ ਕਿਤੇ ਸਿਆਣਿਆਂ ਦੇ ਦਿਮਾਗਾਂ ਦੇ ਵਿੱਚ ਵੀ ਬੈਠੀ ਹੋਈ ਆ। ਤੁਸੀਂ ਸਪੋਜ਼ ਕਰਕੇ ਦੇਖੋ, ਜਿਵੇਂ ਤੁਸੀਂ ਠਾਕੁਰ ਸਿੰਘ ਦੀ ਗੱਲ ਕੀਤੀ, ਪਿਛਲੇ ਦਿਨਾਂ ਦੇ ਵਿੱਚ ਉਹਦੀ ਵੀਡੀਓ ਕਾਫੀ ਵਾਇਰਲ ਹੋਈ ਇਹਦੇ ਬਾਰੇ ਕਿ ਇਹਨਾਂ ਨੇ ਫੋਨ ਮੋਬਾਈਲ ਨੇ ਬੇੜਾ ਬਿਠਾਤਾ ਤੇ 25 ਜਪਜੀ ਸਾਹਿਬ ਕਰ ਲੈਂਦਾ, ਜੇ ਕਰ ਲੈਂਦਾ ਤਾਂ ਕਹਿੰਦਾ ਜੀ ਬਹੁਤ ਸਾਰੇ ਲੋਕ ਕਹਿੰਦੇ ਵੀ ਭਲਾ ਹੀ ਹੋ ਜਾਂਦਾ। ਇਹੋ ਜਿਹੀਆਂ ਗੱਲਾਂ ਕਰਨ ਵਾਲੇ ਬੰਦਿਆਂ ਦੀ ਮਾਨਸਿਕਤਾ ਕਿੱਥੇ ਖੜੀ ਹੋਈ ਆ ਵੀ ਖੁਦ ਤੁਹਾਨੂੰ ਕਈ ਵਾਰੀ ਗਲਤੀਆਂ ਕਰਕੇ ਮਾਫੀ ਮੰਗਣੀ ਪੈਂਦੀ ਹੈ। ਜਦੋਂ ਤੁਸੀਂ ਅਜਿਹੀਆਂ ਗੱਲਾਂ ਕਰਕੇ ਫਿਰ ਮਾਫੀ ਮੰਗਦੇ ਹੋ ਤੀਜੇ ਚੌਥੇ ਦਿਨ ਤੇ ਇਹ ਕਹਿੰਦੇ ਹੋ ਕਿ ਆਹ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ। ਜਿਵੇਂ ਉਹਨਾਂ ਨੇ ਜਰਨੈਲ ਸਿੰਘ ਜੀ ਬਾਰੇ ਗੱਲਬਾਤ ਕੀਤੀ
ਕਿ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਪਹਿਲਾਂ ਹੀ ਕਹਿ ਗਏ ਸੀਗੇ ਅਟੈਕ ਤਾਂ ਹੋਣ ਵਾਲਾ। ਇਹ ਸਭ ਫਜ਼ੂਲ ਦੀਆਂ ਗੱਲਾਂ ਕਰਕੇ ਬਾਅਦ ਵਿੱਚ ਬੰਦੇ ਨੂੰ ਨਿੰਮੋ ਝੂਣਾ ਹੋਣਾ ਪਵੇ। ਏਦਾਂ ਦੀਆਂ ਸਾਖੀਆਂ ਦੇ ਨਾਲ ਕਿਤੇ ਨਾ ਕਿਤੇ ਹੁਣ ਜਿਹੜਾ ਬ੍ਰਹਮ ਕਵਚ ਦਾ ਰੌਲਾ ਪਾ ਦਿੱਤਾ, ਜਪਜੀ ਸਾਹਿਬ ਤੇ ਕਹਿੰਦੇ ਬ੍ਰਹਮ ਕਵਚ ਦਾ ਆਪਸੀ ਮੇਲ ਹੈ। ਵੇਖੋ ਇਹੋ ਜਿਹੇ ਹਾਸੋਹੀਣੀਆਂ ਗੱਲਾਂ ਕਰ ਕਰਕੇ ਮਾਨਸਿਕਤਾ ਦਾ ਸ਼ੋਸ਼ਣ ਕਿੱਦਾਂ ਕਰਦੇ ਆ ਆਪਣੇ ਇੱਥੋਂ ਤੱਕ ਤੁਹਾਡੀ ਗੱਲ ਵਿਚਾਲੇ ਹੈ। ਮੈਨੂੰ ਇੱਕ ਬਹੁਤ ਪਹਿਲਾਂ ਤਕਰੀਬਨ 40-45 ਸਾਲ ਪਹਿਲਾਂ ਇੱਕ ਬਜ਼ੁਰਗ ਸਾਡੀ ਬਹੁਤ ਨੇੜੇ ਦੀ ਰਿਸ਼ਤੇਦਾਰੀ ਚੋਂ ਔਰ ਬੜਾ ਅੱਛਾ ਗੁਰਸਿੱਖ ਜਿਹੜਾ ਕਿ ਅਕਾਲੀ ਮੋਰਚਿਆਂ 'ਚ ਕੈਦ ਵਗੈਰਾ ਵੀ ਕੱਟੀ ਹੋਈ ਸੀ, ਉਹ ਕਿਤੇ ਮੈਨੂੰ ਮਿਲਿਆ, ਸਾਡੇ ਘਰ ਆ ਗਿਆ। ਮੈਨੂੰ ਕਿਤੇ ਗੱਲਾਂ ਧਰਮ ਦੀਆਂ ਚੱਲ ਪਈਆਂ, ਜਿੰਨੀ ਕਿ ਮੇਰੀ ਸਟੱਡੀ ਸੀ ਮੈਂ ਵੀ ਹਾਂ ਹੂੰ ਕਰਦਾ ਰਿਹਾ ਤੇ ਮੈਨੂੰ ਕਹਿਣ ਲੱਗਿਆ ਤੁਸੀਂ ਵਿਸ਼ਵਾਸ ਨਹੀਂ ਕਰਦੇ, ਜਪਜੀ ਸਾਹਿਬ ਦੇ ਵਿੱਚ ਇੰਨੀ ਤਾਕਤ ਸੀ ਤੇ ਗੁਰੂ ਅੰਗਦ ਸਾਹਿਬ ਨੂੰ ਪਤਾ ਲੱਗ ਗਿਆ ਇਸ ਤਾਕਤ ਦਾ ਵੀ ਜੇ ਇਹਦਾ ਪੂਰਾ ਪਾਠ ਸ਼ੁੱਧ ਰੂਪ ਚ ਮਰੇ ਪਏ ਬੰਦੇ ਨੂੰ ਸੁਣਾ ਦਈਏ ਤਾਂ ਮਰਿਆ ਪਿਆ ਬੰਦਾ ਜਿਉਂਦਾ ਹੋ ਜਾਂਦਾ ਹੈ। ਦੇਖ ਲਓ, ਤੇ ਗੁਰੂ ਅੰਗਦ ਸਾਹਿਬ ਨੇ ਮਹਿਸੂਸ ਕੀਤਾ ਕਿ ਇਸ ਤਰ੍ਹਾਂ ਜੇ ਲੋਕੀ ਕਰਨ ਲੱਗ ਪਏ ਫਿਰ ਤਾਂ ਇੱਥੇ ਮਰਨਾ ਹੀ ਕੋਈ ਨਹੀਂ ਹੈ, ਸਾਰੇ ਜਿਉਂਦੇ ਰਹੀ ਜਾਣਗੇ, ਇਹਦਾ ਧਰਤੀ ਤੇ ਭਾਰ ਹੋ ਜਾਊਗਾ ਬਹੁਤ ਜ਼ਿਆਦਾ। ਉਹਨਾਂ ਨੇ ਫਿਰ ਜਪਜੀ ਸਾਹਿਬ ਦੇ ਵਿੱਚੋਂ ਇੱਕ ਅੱਖਰ ਜਿਹੜਾ ਰਾਲਾ ਅੱਖਰ ਹੈ 35ਵਾਂ ਉਹ ਘਟਾ ਦਿੱਤਾ, ਕੱਟ ਦਿੱਤਾ, ਇਸ ਕਰਕੇ ਇਹਦੀ ਤਾਕਤ ਥੋੜੀ ਜਿਹੀ ਘਟਾ ਦਿੱਤੀ। ਤੇ ਮੈਂ ਕਿਹਾ ਜੀ ਉਹ ਤਾਂ ਰਾਲਾ ਅੱਖਰ ਤਾਂ ਹੈਗਾ ਵਿੱਚ। ਕਹਿੰਦੇ ਲੈ ਕਿੱਥੇ ਹੈਗਾ? ਮੈਂ 6-7 ਥਾਵਾਂ ਤੋਂ ਅੱਖਰ ਰਾਲਾ ਜਪਜੀ ਸਾਹਿਬ ਦਾ ਗੁਟਕਾ ਲੈ ਕੇ ਉਹਦੇ ਸਾਹਮਣੇ ਰੱਖਤੇ। ਉਹ ਬਜ਼ੁਰਗ ਵਿਚਾਰਾ ਹੱਥ ਸਿਰ ਫੜ ਕੇ ਬੈਠ ਗਿਆ, ਕਹਿੰਦਾ ਕਾਕਾ ਮੈਨੂੰ ਤਾਂ ਅੱਜ ਤੱਕ ਇਹ ਗੱਲ ਸੁਣੀ ਸੀ, ਇਸੇ ਤਰ੍ਹਾਂ ਸੱਚ ਲੱਗਦੀ ਸੀ, ਮੈਂ ਤਾਂ ਇੰਨਾ ਦੇਖੀ ਨਹੀਂ ਵੀ ਰਾੜੇ ਹੈਗੇ ਨੇ ਕਿ ਨਹੀਂ ਹੈਗੇ ਨੇ। ਹਾਂਜੀ ਤੋ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਸਾਡਾ ਦਿਮਾਗ ਹੈ, ਮਨ ਹੈ, ਇਹ ਪੱਥਰ ਹੋ ਚੁੱਕਿਆ ਹੋਇਆ। ਆਪਣੇ ਤੌਰ ਤੇ ਅਸੀਂ ਯਤਨ ਹੀ ਨਹੀਂ ਕਰਦੇ, ਜਿਹੜਾ ਮੂਹਰੇ ਬੁਲਾਰਾ ਬੋਲ ਰਿਹਾ ਉਹ ਬਕਵਾਸ ਕਰ ਰਿਹਾ ਕਿ ਕੋਈ ਅਕਲ ਦੀ ਗੱਲ ਸੁਣਾ ਰਿਹਾ, ਉਹਨੂੰ ਅਸੀਂ ਰੋਕੀਏ ਕਿ ਮੂਰਖਾ ਸਾਨੂੰ ਮੂਰਖ ਨਾ ਬਣਾ, ਅਸੀਂ ਮੂਰਖ ਬਣਨ ਨੂੰ ਤਿਆਰ ਨਹੀਂ ਹਾਂ। ਬਿਲਕੁਲ ਜੀ, ਸਾਨੂੰ ਹਮੇਸ਼ਾ ਇਹ ਹੱਕ ਹੋਣਾ ਚਾਹੀਦਾ ਵੀ ਜਿਹੜਾ ਵੀ ਸਾਡੇ ਅੱਗੇ ਕੋਈ ਪ੍ਰਚਾਰਕ ਕਿਸੇ ਤਰ੍ਹਾਂ ਦਾ ਕੋਈ ਬੁਲਾਰਾ ਬੋਲ ਰਿਹਾ ਉਹ ਕਿਤੇ ਵੀ ਇੱਕ ਵਾਰ ਬਾਪੂ ਜੀ ਮੇਰੇ ਨਾਲ ਵੀ ਇਦਾਂ ਹੋਇਆ। ਰਾੜੇ ਵਾਲੇ ਜਿਹੜੇ ਜਿਨ੍ਹਾਂ ਨੂੰ ਰਾੜਾ ਸਾਹਿਬ ਵਾਲੇ ਆਖਿਆ ਜਾਂਦਾ, ਉਹ ਵੀ ਸਾਡੇ ਨੇੜੇ ਕਿਤੇ ਆਏ ਹੋਏ ਸੀਗੇ ਇੱਥੇ, ਤੇ ਮੈਂ ਖੇਤਾਂ 'ਚ ਕੰਮ ਕਰ ਰਿਹਾ ਸੀ, ਮੈਨੂੰ ਅਚਾਨਕ ਫੋਨ ਆਇਆ ਕਿ ਆ ਕੇ ਜਾਓ 10 ਮਿੰਟ। ਮੈਂ ਉਹ ਸਾਧਾਂ ਦੀਆਂ ਸਾਖੀਆਂ ਸੁਣੀਆਂ ਤੇ ਉਹਨਾਂ ਤੇ ਨਾਲ ਦੀ ਨਾਲ ਟਿੱਪਣੀ ਕਰਤੀ ਉਹਨਾਂ ਦੇ ਬੋਲਣ ਤੋਂ ਬਾਅਦ। ਉਹ ਮੈਨੂੰ ਕਹਿੰਦੇ ਹਾਂ ਤੂੰ ਕੱਲਿਆਂ ਨੂੰ ਕਿਉਂ ਨਹੀਂ ਦੱਸਿਆ? ਮੈਂ ਕਿਹਾ ਭਰਾਵਾ ਜੇ ਤੈਨੂੰ ਕੱਲੇ ਨੂੰ ਦੱਸ ਦਿੰਦਾ ਤੇ ਜਿਹੜਾ ਅੱਗੇ 2000 ਬੰਦਾ ਬੈਠਾ ਇਹਨਾਂ ਦੀ ਮਾਨਸਿਕਤਾ ਨਾਲ ਜਿਹੜਾ ਤੂੰ ਖਿਲਵਾੜ ਕਰਕੇ ਚੱਲਿਆ ਉਹਨੂੰ ਕਲੀਅਰ ਕੌਣ ਕਰੂਗਾ? ਬਿਲਕੁਲ, ਸਾਡਾ ਮਕਸਦ ਇਹ ਨਹੀਂ ਹੈ ਕਿ ਮੈਂ ਤੈਨੂੰ ਕੱਲੇ ਨੂੰ ਕਵਾਂ ਕਿ ਵੀਰੇ ਆ ਤਾਂ ਸਾਖੀ ਠੀਕ ਨਹੀਂ, ਆਹ ਠੀਕ ਨਹੀਂ ਹੈ। ਰੌਲਾ ਤਾਂ ਇਹ ਹੈ ਜਦੋਂ ਤੁਸੀਂ ਕਿਤੇ ਪ੍ਰਚਾਰਕ ਬਣ ਕੇ ਵਿਚਰ ਰਹੇ ਹੁੰਦੇ ਆ, ਤੁਸੀਂ ਸਮਾਜ ਦਾ ਕੀ ਵਿਕਾਸ ਕਰਕੇ ਚੱਲੇ ਹੋ? ਤੁਸੀਂ ਤਾਂ ਦੁੱਗਣਾ ਨੁਕਸਾਨ ਕਰਕੇ ਜਾ ਰਹੇ ਹੋ ਸਾਡੇ ਏਰੀਏ ਦਾ। ਪਹਿਲਾਂ ਹੀ ਇਸ ਤਰੀਕੇ ਨਾਲ ਤਾਂ ਮਾਨਸਿਕਤਾ ਧਾਗਿਆਂ ਤਬੀਜ਼ਾਂ ਚੋਂ ਹੀ ਨਹੀਂ ਨਿਕਲ ਰਹੇ, ਲੋਕ ਇੰਨਾ ਬਿਲੀਵ ਕਰਦੇ ਆ। ਤੇ ਜੇਕਰ ਅਸੀਂ ਗੁਰੂ ਨਾਨਕ ਦੀ ਰਾਏ ਤੇ ਗੁਰੂ ਨਾਨਕ ਦੇ ਉਸ ਸੁਧਰੇ ਸਮਾਜ ਦੀ ਜਿਹੜੀ ਸਿਰਜਣਾ ਉਹ ਕਰਦੇ ਆ, ਉਹ ਉਸ ਵਾਲਾ ਸੁਪਨਾ ਲੈਣਾ ਚਾਹੁੰਦੇ ਆ, ਤਾਂ ਸਾਨੂੰ ਕਿਤੇ ਨਾ ਕਿਤੇ ਤਾਂ ਹੰਭਲਾ ਮਾਰਨਾ ਹੀ ਪੈਂਦਾ। ਬਿਲਕੁਲ, ਇਸ ਕਰਕੇ ਬਾਪੂ ਜੀ ਜਿਹੜੀ ਉੱਥੇ ਗੱਲਬਾਤ ਹੋਈ, ਕਹਿੰਦੇ ਮੱਛ ਤੇ ਚੜ੍ਹ ਕੇ ਜਾਣਾ, ਮੂਲ ਮੰਤਰ ਨਾਲ ਕਰਕੇ ਜਾਣਾ। ਪਿਆਰਿਓ ਸਰੋਤਿਓ, ਕੋਈ ਜਿੰਨਾ ਮਰਜ਼ੀ ਮੂਲ ਮੰਤਰ ਕਰੇ, ਕੋਈ ਮੱਛ ਤੇ ਚੜ੍ਹ ਕੇ ਇਸ ਤਰੀਕੇ ਨਾਲ ਸਫ਼ਰ ਨਹੀਂ ਕਰ ਸਕਦਾ ਤੇ ਨਾ ਹੀ ਮੂਲ ਮੰਤਰ ਨਾਲ ਗਾਇਬ ਹੋ ਕੇ ਕਹਿੰਦੇ ਉਹਨਾਂ ਦੀ ਕਿਤੇ ਉਹ ਕਲੀਨ ਜਿਹੜੀ ਹੁੰਦੀ ਆ ਉਹ ਉੱਡ ਕੇ ਚਲੀ ਜਾਂਦੀ ਸੀ। ਇਹ ਜੋ ਕੁਛ ਵੀ ਨਹੀਂ ਆ, ਜਿਹੜਾ ਇੱਕ ਜਾਦੂਈਮਈ ਤਰੀਕੇ ਨਾਲ ਸਾਡੇ ਸਾਹਮਣੇ ਰੱਖਿਆ ਗਿਆ। ਨਹੀਂ, ਇਹ ਤਾਂ ਲੰਕਾ ਤਾਂ ਇੱਥੋਂ ਨੇੜੇ ਸੀ, ਜਿਹੜਾ ਬੰਦਰਗਾਹ ਤੋਂ ਜਦੋਂ ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦੀ ਸੀ, ਰੋਟੀ ਤਵੇ ਤੇ ਫੁੱਲੀ ਹੁੰਦੀ ਸੀ ਤੇ ਉਹ ਬਾਬੇ ਨਾਨਕ ਨੂੰ ਯਾਦ ਕਰਦੀ ਸੀ ਤੇ ਗੁਰੂ ਨਾਨਕ ਸਾਹਿਬ ਉਹਦੀ ਕਹਿੰਦੇ ਮਰਦਾਨਿਆ ਬੇਬੇ ਯਾਦ ਕਰਦੀ ਆ ਭਾਈ, ਚੱਲ ਚੱਲੀਏ, ਤੇ ਉਡਾਰੀ ਮਾਰਦੇ ਸੀ, ਉੱਥੇ ਪ੍ਰਸ਼ਾਦਾ ਤਾਜ਼ਾ ਛਕ ਲੈਂਦੇ ਸੀ ਤੇ ਮੁੜ ਕੇ ਉੱਥੇ ਫੇਰ ਆ ਜਾਂਦੇ ਸੀ ਜਿੱਥੇ ਉਹਨਾਂ ਨੇ ਜਾਣਾ ਹੁੰਦਾ ਸੀ। ਬਿਲਕੁਲ, ਆਹ ਦੇਖੋ ਇਹ ਕਿੱਦਾਂ ਦੀਆਂ ਗੱਲਾਂ ਨੇ। ਔਰ ਬਾਬਾ ਨਾ ਹੋਇਆ, ਕਹਿੰਦਾ ਨਿਆਣਿਆਂ ਦੇ ਹੱਥ 'ਚ ਬੜਾ ਜਹਾਜ਼ ਹੋਇਆ ਜਿਹੜਾ ਪਰ ਛੱਡਦਾ। ਹਾਂਜੀ ਬਾਪੂ ਜੀ, ਅੱਗੇ ਵੱਧਦਾ ਮੈਂ। ਅਗਲੀ ਗੱਲ ਦੇ ਵਿੱਚ ਜਿਹੜੀ ਗੱਲ ਇਹਨਾਂ ਨੇ ਕੀਤੀ, ਕਹਿੰਦੇ ਜਦੋਂ ਬਾਬਾ ਜੀ ਪਹੁੰਚ ਜਾਂਦੇ ਆ, ਚਲੋ ਬਾਬਾ ਉਡਾ ਵੀ ਦਿੰਨੇ ਆਪਾਂ ਤੇ ਬਾਬੇ ਨੂੰ ਫਿਰ ਉੱਥੇ ਮੱਛ ਤੇ ਪਹੁੰਚਾ ਵੀ ਦਿੰਨੇ ਆ। ਕਹਿੰਦੇ ਜਦੋਂ ਬਾਬਾ ਜੀ ਪਹੁੰਚ ਗਏ ਤੇ ਇਹਨਾਂ ਨੇ ਇਹੋ ਜਿਹੀ ਮਤਲਬ ਇਹਨਾਂ ਦੀ ਕਾਬਲੀਅਤ, ਇਹੋ ਜਿਹੀ ਸ਼ਕਤੀ ਆ ਅਜ਼ਮਤ ਨਾਲ, ਗੁਰੂ ਨਾਨਕ ਦਾ ਕਹਿੰਦੇ ਪੈਰ ਸਿੰਗਲਾ ਦੀਪ 'ਚ ਪਿਆ ਤੇ ਸੁੱਕਾ ਹੋਇਆ ਬਾਗ ਹਰਾ ਹੋ ਗਿਆ ਔਰ ਫੁੱਲ ਫਲ ਜਿਹੜੇ ਆ ਉਹ ਵਧੇਰੇ ਲੱਗ ਗਏ। ਵੀ ਇਹ ਇੱਕੇ ਦਿਨ 'ਚ ਹੀ ਲੱਗ ਜਾਂਦੇ ਫੁੱਲ ਫਲ, ਪਹਿਲੀ ਗੱਲ ਇੱਕੇ ਦਿਨ 'ਚ ਹੀ ਹਰਾ ਹੋ ਜਾਂਦਾ ਬਾਗ। ਇਹ ਕਿੱਦਾਂ ਦੀਆਂ ਹਾਸੋਹੀਣੀਆਂ ਗੱਲਾਂ ਜੀ, ਇਹ ਤੇ ਜਰਾ ਅਗਲਾ ਚਾਨਣ ਪਾਓ। ਇੱਥੇ ਇੱਕ ਗੱਲ ਜਿਹੜਾ ਕਿ ਸਾਡੇ ਆਮ ਸਮਾਜ ਦੇ ਵਿੱਚ ਪ੍ਰਚਲਿਤ ਹੈ, ਸਾਖੀਕਾਰ ਨੂੰ ਉਹ ਕਹਿਣੀ ਨਹੀਂ ਆਈ ਹੈ। ਗੱਲ ਤਾਂ ਜਦੋਂ ਕਿਸੇ ਵੱਡੇ ਬੰਦੇ ਨੂੰ ਜਿਹੜਾ ਕਿ ਸਾਡਾ ਬਹੁਤ ਹੀ ਦਿਲ ਦਾ ਚਹੇਤਾ ਹੋਵੇ, ਅਸੀਂ ਜਿਹਨੂੰ ਬਹੁਤ ਸਤਿਕਾਰ ਪਿਆਰ ਕਰਦੇ ਹੋਈਏ, ਉਹ ਜੇ ਸਾਨੂੰ ਮਿਲ ਜਾਵੇ, ਅਸੀਂ ਕਹਿ ਦੇਣਾ ਵੀ ਉਹਨੂੰ ਵੇਖ ਕੇ ਤਾਂ ਮੇਰੀ ਰੂਹ ਖੁਸ਼ ਹੋ ਗਈ, ਮੇਰਾ ਦਿਲ ਬਾਗ ਬਾਗ ਹੋ ਗਿਆ, ਚਿਹਰੇ ਤੇ ਮੇਰੇ ਤਾਂ ਲਾਲੀਆਂ ਆ ਗਈਆਂ
ਤੇ ਇਸ ਤਰ੍ਹਾਂ ਸਾਡੇ ਖੁਸ਼ੀ ਪ੍ਰਗਟ ਕਰਨ ਦੇ ਢੰਗ ਨੇ, ਉਹ ਅੰਦਰ ਸਾਡੇ ਕੋਈ ਬਾਗ ਨਹੀਂ ਖਿੜੇ ਹੁੰਦੇ, ਫਲ ਫੁੱਲ ਨਹੀਂ ਲੱਗੇ ਹੁੰਦੇ। ਇਹ ਖੁਸ਼ੀ ਪ੍ਰਗਟ ਕਰਨ ਦਾ ਸਾਡੇ ਬੋਲ ਚਾਲ ਦਾ ਇੱਕ ਢੰਗ ਹੈ। ਅਸੀਂ ਉਹਦਾ ਆਪਣੇ ਬਲਬਲੇ ਪ੍ਰਗਟ ਕਰ ਰਹੇ ਹੁੰਨੇ ਆ। ਜਿਵੇਂ ਅਸੀਂ ਕਹਿੰਦਾ ਵੀ ਤੈਨੂੰ ਵੇਖ ਕੇ ਤਾਂ ਮੈਂ ਮੁਰਦਾ ਜਿਉਂਦਾ ਹੋ ਗਿਆ, ਉਹ ਸੱਚੀ ਮੁੱਚੀ ਜਿਉਂਦਾ ਨਹੀਂ ਹੋਇਆ, ਉਹ ਆਪਣੇ ਬਲਬਲੇ ਪ੍ਰਗਟ ਕਰਨ ਦਾ ਇੱਕ ਤਰੀਕਾ ਹੁੰਦਾ ਹੈ। ਬਿਲਕੁਲ। ਤਾਂ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਉੱਥੇ ਜਾਣ ਨਾਲ ਜਿਹੜਾ ਕਿ ਰਾਜਾ ਮਰਿਆ ਵਾਂਗੂ ਵਿਚਾਰਾ ਉਦਾਸ ਹੋਇਆ ਸੀ, ਉਡੀਕਦਾ ਸੀ, ਉਹ ਤਾਂ ਚਿਹਰਾ ਉਹਦਾ ਖਿੜ ਜਾਵੇ, ਉਹਨੂੰ ਖੁਸ਼ੀ ਮਿਲ ਜਾਵੇ, ਉਹ ਗੁਰੂ ਸਾਹਿਬ ਤੋਂ ਬਲਿਹਾਰ ਜਾਂਦਾ ਹੋਵੇ, ਇਹ ਤਾਂ ਗੱਲ ਕਹਿਣੀ ਸਾਖੀਕਾਰ ਵਾਸਤੇ ਠੀਕ ਸੀ, ਬਣਦੀ ਸੀ। ਪਰ ਉਹਨੂੰ ਵਿਚਾਰੇ ਨੂੰ ਕਹਿਣਾ ਨਹੀਂ ਆਇਆ। ਉਹਨੇ ਕੀ ਕੀਤਾ, ਜਿਹੜਾ ਪਹਿਲਾਂ ਤਾਂ ਉਹ ਰਾਜਾ ਇੰਨਾ ਨਲਾਇਕ ਹੈ, ਉਹਦੇ ਕੋਲੇ ਨੌਕਰ ਚਾਕਰ ਨਹੀਂ ਹਨ, ਤੇ ਉਹ ਆਪਣੇ ਬਾਗ ਨੂੰ ਪਾਣੀ ਦੇਣਾ, ਰਾਖੀ ਕਰਨੀ, ਖਾਦ ਪਾਉਣਾ, ਜਿਹੜੀਆਂ ਲੋੜਾਂ ਨੇ ਬੂਟਿਆਂ ਦੀਆਂ ਉਹ ਪੂਰੀਆਂ ਨਹੀਂ ਸੀ ਕਰ ਸਕਦੇ। ਇਉਂ ਬਾਗ ਕਿਵੇਂ ਸੁੱਕ ਗਿਆ ਰਾਜੇ ਦਾ? ਉਹਨੂੰ ਨਹੀਂ ਸੀ ਪਤਾ ਕਿ ਮੈਂ ਬਾਗ ਦੇ ਵਿੱਚ ਘੁੰਮਣ ਆਉਣਾ ਹੈ, ਇੱਥੇ ਮੇਰਾ ਮਨ ਲੱਗਦਾ ਹੈ, ਤੇ ਜਿਹੜੀ ਮੇਰੇ ਸੈਰ ਵਾਸਤੇ ਵਧੀਆ ਥਾਂ ਹੈ, ਇਹ ਬਾਗ ਸੁੱਕ ਕਿਉਂ ਗਿਆ? ਮਾਲੀ ਨੂੰ ਪਹਿਲਾਂ ਕਿਉਂ ਨਹੀਂ ਪੁੱਛਿਆ? ਤੇ ਇਹ ਕਹਾਣੀਆਂ ਵੀ ਉਹਨੂੰ ਸਮਝ ਨਹੀਂ ਆਈਆਂ, ਸਾਡੇ ਸਾਖੀਕਾਰ ਨੂੰ ਉਹਨੇ ਘੜ ਦਿੱਤੀਆਂ। ਤੇ ਫਿਰ ਗੁਰੂ ਨਾਨਕ ਸਾਹਿਬ ਨੇ ਇਹੋ ਜਿਹੀ ਕਿਹੜੀ ਗਿੱਦੜ ਸਿੰਘੀ ਉੱਤੇ ਘੁਮਾ ਦਿੱਤੀ, ਹਥੌੜਾ ਕਰ ਦਿੱਤਾ, ਧਾਗਾ ਪਾ ਦਿੱਤਾ ਉਸ ਬਾਗ ਦੇ ਵਿੱਚ ਕਿ ਹੁਣ ਰਾਤੋਂ ਰਾਤ ਇੱਕਦਮ ਹਰਾ ਹੋ ਗਿਆ। ਇਹ ਇਸ ਤਰ੍ਹਾਂ ਰੁੱਖ ਬਿਰਖ ਕਦੇ ਨਾ ਹਰੇ ਹੁੰਦੇ ਨੇ, ਨਾ ਤੁਰੰਤ ਉਹਨਾਂ ਦੇ ਫੁੱਲ ਆਉਂਦੇ ਨੇ, ਨਾ ਉਹਨਾਂ ਦੇ ਫਲ ਲੱਗਦੇ ਨੇ, ਤੇ ਨਾ ਰੁੱਖਾਂ ਬਿਰਖਾਂ ਨੂੰ ਇੰਨਾ ਪਤਾ ਹੈ ਕਿ ਆਹ ਬੰਦਾ ਉੱਚੇ ਜੀਵਨ ਵਾਲਾ ਹੈ ਜਾਂ ਇਹ ਬੰਦਾ ਵਿਚਾਰਾ ਕੰਗਾਲ ਹੈ। ਜਿਹੜੇ ਰੁੱਖ ਬਿਰਖ ਨੇ ਉਹ ਤਾਂ ਮਾਲੀ ਦੇ ਰੋਜ਼ਾਨਾ ਆਉਣ ਨਾਲ ਹੀ ਖੜੇ ਰਹਿੰਦੇ ਨੇ ਵਿਚਾਰੇ, ਕਿਉਂਕਿ ਉਹਨਾਂ ਦੀ ਲੋੜ ਪੂਰੀ ਹੋਈ ਜਾਂਦੀ ਹੈ ਉਹਦੇ ਤੋਂ। ਬਿਲਕੁਲ। ਤੋ ਇਹ ਕਹਾਣੀਆਂ ਸਾਰੀਆਂ ਵੀ ਪਾ ਕੇ ਇਹਨੇ ਜਿਹੜੇ ਨੇ ਸਾਖੀਕਾਰ ਨੇ ਗੁਰੂ ਸਾਹਿਬ ਨੂੰ ਆਪਣੇ ਵੱਲੋਂ ਤਾਂ ਵੱਡਾ ਕਰਨ ਦਾ ਯਤਨ ਕੀਤਾ, ਪਰ ਆਪਣੀ ਅਕਲ ਦਾ ਉਹਨੇ ਖੂਬ ਦਵਾਲਾ ਕੱਢਿਆ ਕਿ ਕੋਈ ਵੀ ਗੱਲ ਸਾਖੀਕਾਰ ਨੂੰ ਕਹਿਣੀ ਨਹੀਂ ਆ ਰਹੀ। ਬਿਲਕੁਲ। ਨਾਲੇ ਇਹਦੇ ਨਾਲ ਬਾਪੂ ਜੀ, ਜੇਕਰ ਉਹ ਕਹਿੰਦੇ ਨਾ, ਇਹ ਜਦੋਂ ਵੀ ਕਹਿੰਦੇ ਗੁਰਬਾਣੀ ਦੇ ਸ਼ਬਦ ਸੁਣ ਲਓ ਤੁਸੀਂ, ਸੂਕੇ ਹਰੇ ਕੀਏ ਖਿੰਨਮਾ ਹੈ, ਇਹ ਤਾਂ ਏਦਾਂ ਦੀਆਂ ਗੱਲਾਂ ਕਰਦੇ ਆ। ਕਿਉਂਕਿ ਜਿਵੇਂ ਉਹ ਮਰਿਆਂ ਨੂੰ ਜਿਵਾਉਣ ਦੀਆਂ ਗੱਲਾਂ ਆ ਗਈਆਂ, ਸੁੱਕਿਆਂ ਨੂੰ ਹਰੇ ਕਰਨ ਦੀਆਂ ਗੱਲਾਂ ਆ ਗਈਆਂ। ਵੇਖੋ, ਜਿਹੜੀ ਮਾਨਸਿਕਤਾ ਜਿਵੇਂ ਅਸੀਂ ਸੁੱਕਾ ਪ੍ਰਤੀਤ ਕਰਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ, ਅਸੀਂ ਇਹ ਵੀ ਸ਼ਬਦ ਪੜ੍ਹਦੇ ਹਾਂ ਰੋਜ਼, ਰਹਿਰਾਸ ਦਾ ਹਿੱਸਾ ਬਣਾਇਆ ਹੋਇਆ ਜਿਹੜਾ, ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਵੀ ਸਤਿਗੁਰੂ ਦਾ ਮਿਲਾਪ ਹੀ ਸਾਨੂੰ ਹਰੇ ਕਰ ਦਿੰਦਾ। ਏਦਾਂ ਦੀਆਂ ਗੱਲਾਂ ਅਸੀਂ ਰੋਜ਼ਾਨਾ ਵੀ ਪੜ੍ਹਦੇ ਹਾਂ। ਸੁੱਕੇ ਕਾਸ਼ਟ ਹਰਿਆ, ਸੂਕੇ ਕਾਸ਼ਟ ਹਰਿਆ ਪੜ੍ਹਦੇ ਹਾਂ। ਨਾਲੇ ਮਹੱਲਾ 5ਵਾਂ ਦਾ ਸ਼ਲੋਕ ਵੀ ਨਾ ਬਾਪੂ ਜੀ, ਜਿਹੜਾ ਅਖੀਰ ਤੇ ਪੜ੍ਹਿਆ ਜਾਂਦਾ, ਨਾਲੇ ਕਿਹਾ ਜਾਂਦਾ ਵੀ ਸਤਿਗੁਰੂ ਦੇ ਮਿਲਾਪ ਦੇ ਨਾਲ ਇੱਕੇ ਦਮ ਜ਼ਿੰਦਗੀ ਦੇ ਵਿੱਚ ਤਨ ਮਨ ਥੀਵੇ ਹਰਿਆ। ਉਹਦੇ ਵਿੱਚ ਜਦੋਂ ਅਸੀਂ ਅੰਦਰ ਤੱਕ ਹਰਿਆਲੀ ਦੀ ਗੱਲਬਾਤ ਕਰਦੇ ਹਾਂ, ਉਹ ਜਿੱਥੇ ਮਨ ਦਾ ਹਰਾ ਹੋਣਾ ਜਾਂ ਬੰਦੇ ਦੀ ਕਠੋਰਤਾ ਖਤਮ ਹੋ ਜਾਣੀ, ਬੰਦੇ ਦਾ ਸਿੱਧੇ ਪਾਸੇ ਲੱਗ ਜਾਣਾ, ਇਹਨੂੰ ਤਾਂ ਆਪਾਂ ਕਹੀਏ ਵੀ ਹਰਾ ਹੋ ਗਿਆ। ਪਰ ਜਦੋਂ ਅਸੀਂ ਏਦਾਂ ਦੀਆਂ ਗੱਲਾਂ ਕਰਕੇ ਉਹਨਾਂ ਨੂੰ, ਕਿਉਂਕਿ ਇਹ ਤਾਂ ਫਿਰ ਸਾਖੀ ਨਾ ਰਹੀ ਬਾਪੂ ਜੀ, ਇਹ ਤਾਂ ਕੁਝ ਹੋਰ ਬਣ ਗਿਆ। ਜੇ ਏਦਾਂ ਦੀਆਂ ਸੱਚਾਈਆਂ ਉਹ ਸਾਹਮਣੇ ਲੈ ਆਉਂਦੇ, ਫੇਰ ਤਾਂ ਇਹਨਾਂ ਦਾ ਸਾਰਾ ਜਿਹੜੀ ਸੀ ਇਹਦੀ ਰੌਚਕਤਾ ਖਤਮ ਹੋ ਜਾਣੀ ਸੀ, ਤੇ ਉਹਨਾਂ ਨੇ ਕਹਿਣਾ ਸੀ। ਮੈਂ ਕਦੇ ਕਦੇ ਬਾਪੂ ਜੀ ਆਪ ਜੀ ਦੇ ਭਰਾ ਦੀ ਗੱਲ ਵੀ ਕਈ ਵਾਰੀ ਸੁਣਦਾ ਰਹਿਣਾ, ਡਾਕਟਰ ਪੰਨੂ ਜੀ ਦੀ, ਹਰਪਾਲ ਸਿੰਘ ਪੰਨੂ, ਉਹਨਾਂ ਦੀਆਂ ਲਿਖਤਾਂ ਦੇ ਵਿੱਚ ਜਦੋਂ ਉਹ ਜਨਮ ਸਾਖੀਆਂ ਨੂੰ ਲੈਂਦੇ ਆ ਨਾ, ਉਹ ਹੋਰ ਤਰੀਕੇ ਨਾਲ ਲੈਂਦੇ ਆ। ਉਹ ਹਮੇਸ਼ਾ ਹੀ ਆਪ ਤੋਂ ਟੋਟਲੀ ਆਪੋਜਿਟ ਹੁੰਦੀਆਂ। ਇਹਦੇ ਬਾਰੇ ਥੋੜਾ ਚਾਨਣਾ ਪਾਓ ਵੀ ਉਹਨਾਂ ਦੇ ਏਦਾਂ ਦੇ ਵਿਚਾਰਾਂ ਦਾ ਮਤਭੇਦ ਇੰਨਾ ਕਿਉਂ ਹੈ? ਉਹ ਨਾ, ਮੇਰਾ ਹੁਣ ਕਿਤਾਬਾਂ ਲਿਖਣ ਕਰਕੇ, ਸਟੇਜਾਂ ਤੇ ਬੋਲਣ ਕਰਕੇ ਕੋਈ ਥੋੜੀ ਬਹੁਤੀ ਪਛਾਣ ਬਣੀ ਹੋਈ ਹੈ, ਨੈਟ ਤੇ ਵੀ ਬਹੁਤ ਮੈਟਰ ਹੈ। ਇੱਥੋਂ ਤੱਕ ਕਈ ਜਿਨ੍ਹਾਂ ਅਫਸਰਾਂ ਦੇ ਨਾਲ, ਉਦੋਂ ਮੈਂ ਤਾਂ ਡਰਾਈਵਰ ਲੱਗਿਆ ਹੋਇਆ ਸੀ, ਤੇ ਜਿਹੜੇ ਵੱਡੇ ਅਫਸਰ ਸੀ ਜਿਨ੍ਹਾਂ ਨਾਲ ਮੈਂ ਡਿਊਟੀਆਂ ਵੀ ਕੀਤੀਆਂ ਨੇ ਸਰਕਾਰੀ ਮਹਿਕਮੇ 'ਚ, ਉਹਨਾਂ ਦੇ ਵੀ ਕਈਆਂ ਦੇ ਮੈਨੂੰ ਫੋਨ ਆ ਜਾਂਦੇ ਨੇ। ਉਹ ਹੈਰਾਨ ਹੁੰਦੇ ਨੇ, ਕਹਿੰਦੇ ਸਾਨੂੰ ਉਦੋਂ ਚੇਤਾ ਵੀ ਨਹੀਂ ਸੀ ਵੀ ਤੂੰ ਇਹੋ ਜਿਹਾ ਬਣ ਜਾਏਗਾ, ਅਸੀਂ ਤਾਂ ਵਿਹਲੇ ਹੋਏ ਬੈਠੇ ਹਾਂ ਤੇ ਤੂੰ ਬਹੁਤ ਕੁਛ ਕਰੀ ਜਾ ਰਹੇ ਹੈ। ਇਹ ਥੋੜੀ ਜਿਹੀ ਪਛਾਣ ਬਣਨ ਕਰਕੇ ਜਿਹੜੇ ਇਹ ਪ੍ਰੋਫੈਸਰ ਨੇ, ਇਹਨਾਂ ਨੂੰ ਵੀ ਮੈਂ ਘੇਰਾ ਪਾ ਲੈਣਾ ਵੀ ਤੂੰ ਇਉਂ ਬੋਲਦਾ, ਇਸ ਤਰ੍ਹਾਂ ਕਿਤਾਬ 'ਚ ਕਿਉਂ ਲਿਖਿਆ, ਸਮੇਤ ਮੇਰੇ ਵਾਲੇ ਭਰਾ ਦੇ ਅਤੇ ਹੋਰ ਜਿਹੜੇ ਪ੍ਰੋਫੈਸਰ ਨੇ ਉਹਨਾਂ ਦੇ ਨਾਲ ਜਦੋਂ ਕੋਈ ਤਲਖ ਕਲਾਮੀ ਹੋ ਜਾਂਦੀ ਹੈ, ਫਿਰ ਕੋਈ ਬੰਦਾ ਵਿੱਚੋਂ ਜਿਹੜਾ ਕਿ ਥੋੜਾ ਜਿਹਾ ਕਹਿ ਲਈਏ ਵੀ ਅਣਖ ਵਾਲਾ ਹੈ, ਉਹ ਫਿਰ ਸੱਚੀ ਗੱਲ ਦੱਸ ਦਿੰਦਾ ਹੈ। ਇਹਨਾਂ ਨੇ ਫਿਰ ਮੈਨੂੰ ਕੁਝ ਪ੍ਰੋਫੈਸਰਾਂ ਨੇ ਵਿੱਚੋਂ ਦੱਸਿਆ, ਕਹਿੰਦੇ ਭਰਾਵਾ ਰੋਜ਼ ਸਾਡੀ ਬੇਇੱਜ਼ਤੀ ਨਾ ਕਰ, ਪਹਿਲਾਂ ਸੋਚ ਕੇ ਦੇਖੋ ਵੀ ਸਰਕਾਰੀ ਮੁਲਾਜ਼ਮ ਨੇ, ਸਰਕਾਰ ਦੇ ਹੁਕਮਾਂ ਦੇ ਮੁਤਾਬਕ ਉਹਨਾਂ ਵੱਲੋਂ ਦਿੱਤਾ ਗਿਆ ਪ੍ਰੋਜੈਕਟ ਤੇ ਕੰਮ ਕਰਨਾ ਹੁੰਦਾ ਹੈ। ਉਹਨੇ ਤੁਹਾਡੇ ਵਾਂਗੂ ਸੁਤੰਤਰ ਸੋਚ ਦੇ ਨਾਲ ਧਰਮ ਪ੍ਰਚਾਰ ਨਹੀਂ ਕਰਨਾ ਹੁੰਦਾ। ਸਾਨੂੰ ਭਾਰਤ ਸਰਕਾਰ ਵੱਲੋਂ ਜੋ ਪ੍ਰੋਜੈਕਟ ਮਿਲੇ ਨੇ, ਯੂਨੀਵਰਸਿਟੀਆਂ ਉਹਦੇ ਮੁਤਾਬਕ ਸਿਲੇਬਸ ਬਣਾਉਂਦੀਆਂ ਨੇ, ਤੇ ਯੂਨੀਵਰਸਿਟੀਆਂ 'ਚੋਂ ਜਿਹੜਾ ਸਾਡਾ ਵਾਈਸ ਚਾਂਸਲਰ ਹੈ ਜਾਂ ਹੈੱਡ ਆਫ ਦੀ ਡਿਪਾਰਟਮੈਂਟ ਹੈ,
ਉਹਨੇ ਨਿਗਰਾਨੀ ਕਰ ਰਹੀ ਹੁੰਦੀ ਆ। ਉਹੀ ਕਿਤਾਬਾਂ ਛਪਣਗੀਆਂ, ਉਹੀ ਸਿਲੇਬਸ ਬੱਚਿਆਂ ਨੂੰ ਪੜ੍ਹਾਇਆ ਜਾਊਗਾ, ਵਿਦਿਆਰਥੀਆਂ ਨੂੰ ਉਹੀ ਅਸੀਂ PhDਆਂ ਕਰਾਂਗੇ। ਉਸ ਦਾਇਰੇ 'ਚ ਰਹਿ ਕੇ ਅਸੀਂ ਕੰਮ ਕਰਨਾ ਹੈ। ਜਿਹੜਾ ਤੁਸੀਂ ਗੱਲਾਂ ਕਰਦੇ ਹੋ ਇਹ ਯੂਨੀਵਰਸਿਟੀਆਂ ਤੋਂ, ਨੌਕਰੀਆਂ ਤੋਂ ਤਿਆਗ ਦੇ ਕੇ ਬਾਹਰ ਜਾ ਕੇ ਤਾਂ ਆਜ਼ਾਦੀ ਨਾਲ ਬੰਦਾ ਕੰਮ ਕਰ ਸਕਦਾ ਹੈ। ਜਾਂ ਤਾਂ ਉਹ ਕਰੇ, ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਜਿਨ੍ਹਾਂ ਕੋਲੇ ਆਮਦਨ ਦੇ ਸਾਧਨ ਨੇ ਉਹ ਆਪਣੇ ਤੌਰ ਤੇ ਧਰਮ ਪ੍ਰਚਾਰ ਕਰਨ। ਸਾਡੇ ਕੋਲੋਂ ਕਿਉਂ ਆਸ ਕਰਦੇ ਹੋ ਸਰਕਾਰੀ ਮੁਲਾਜ਼ਮਾਂ ਕੋਲੋਂ ਕਿ ਅਸੀਂ ਤੁਹਾਡਾ ਧਰਮ ਪ੍ਰਚਾਰ ਕਰੀਏ? ਕੱਲ ਨੂੰ ਤੁਸੀਂ ਇਸ ਤਰ੍ਹਾਂ ਮੁੱਖ ਮੰਤਰੀ ਨੂੰ ਕਹੋਗੇ ਤੂੰ ਸਿੱਖ ਮੁੱਖ ਮੰਤਰੀ ਹੈ, ਤੂੰ ਸਾਡਾ ਧਰਮ ਪ੍ਰਚਾਰ ਕਰ। ਤੁਹਾਡਾ ਜਿਹੜਾ ਅਕਾਲ ਤਖਤ ਦਾ ਜਥੇਦਾਰ ਹੈ, ਤੁਹਾਡੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ, ਉਹ ਕਿਉਂ ਨਹੀਂ ਧਰਮ ਪ੍ਰਚਾਰ ਕਰਦਾ? ਸਾਡੇ ਜੁਮੇ ਕਿਉਂ ਮੜੀ ਜਾਂਦੇ ਹੋ ਸਾਰਾ ਕੁਝ? ਇੱਥੇ ਜਾ ਕੇ ਮੇਰਾ ਕਪਾਟ ਖੁੱਲ ਗਿਆ ਵੀ ਗੱਲ ਸੱਚ ਆ ਹੈ। ਅਸੀਂ ਗਲਤ ਥਾਂ ਤੇ ਉਹਨਾਂ ਨੂੰ ਆਸਾਂ ਲਾਈ ਬੈਠੇ ਆ। ਇਹ ਡਿਊਟੀ ਉਹਨਾਂ ਦੀ ਨਹੀਂ ਸੀ, ਡਿਊਟੀ ਇਹ ਸਾਡੀ ਸੀ ਸਾਰੀ। ਪਰ ਕਿਤੇ ਕਿਤੇ ਜਦੋਂ ਅਸੀਂ ਵੀ ਕਿਤਾਬਾਂ ਪੜ੍ਹਦੇ ਨਾ ਬਾਪੂ ਜੀ, ਮੈਂ ਵੀ ਕਈ ਵਾਰੀ ਜ਼ਿਆਦਾ ਜਿਹੜਾ ਤਰਜੀਹ ਸੀ ਨਾ ਤਸ਼ਬੀਹ ਇਹਨਾਂ ਨੂੰ ਦਿੱਤੀ। ਮੈਂ ਕਿਹਾ ਯੂਨੀਵਰਸਿਟੀ ਆ, ਚਲੋ ਵੱਡੇ ਲੈਵਲ ਦੇ ਬੰਦੇ ਆ, ਕੁਝ 4 ਅੱਖਰ ਪੜ੍ਹੇ ਹੋਣਗੇ ਹਨਾ, ਆਪਾਂ ਏਦਾਂ ਸੋਚ ਜਾਂਦੇ ਆ। ਆਪਾਂ ਸੋਚਦੇ ਆ ਵੀ ਇਹਨਾਂ ਨੂੰ ਪੜ੍ਹਨਾ ਚਾਹੀਦਾ, ਇਹਨਾਂ ਦੇ ਦਿਮਾਗ ਕਿਤੇ ਖੁੱਲੇ ਹੋਣਗੇ। ਪਰ ਜਿਹੜਾ ਰੈਵੋਲੂਸ਼ਨ ਆਪਾਂ ਚਾਹੁੰਦੇ ਸੀ, ਮੈਨੂੰ ਏਦਾਂ ਲੱਗਦਾ ਹੁੰਦਾ ਵੀ ਇਹਨਾਂ ਨੇ ਜ਼ਿਆਦਾ ਮਿੱਠੇ ਪੋਚੇ ਲਾ ਲਾ ਕੇ ਆਪਣੀ ਜਿਵੇਂ ਕਿਤਾਬ ਵੇਚਣ ਦਾ ਸਿਲਸਿਲਾ, ਜਾਂ ਆਪਾਂ ਕਹਿ ਦਈਏ ਕਿਸੇ ਸਰਕਾਰੀ ਜਿਵੇਂ ਆਪ ਜੀ ਨੇ ਗੱਲ ਕੀਤੀ ਉਹ ਉਸ ਕੋਟੇ 'ਚ ਹੀ ਕੰਮ ਕਰਨਾ ਜਿਹੜਾ ਇਹਨਾਂ ਦੇ ਸਿਰ ਮੜਿਆ ਗਿਆ। ਇਹ ਇਸ ਕਰਕੇ ਸੰਗਤਾਂ ਦਾ ਇਹ ਕਈ ਵਾਰੀ ਸਵਾਲ ਰਹਿੰਦਾ ਜੀ, ਕਿਰਪਾ ਕਰਕੇ ਜ਼ਰੂਰ ਨੋਟ ਕਰ ਲਿਓ। ਇਹ ਕਾਰਨ ਅਸੀਂ ਪਹਿਲਾਂ ਵੀ ਆਪ ਜੀ ਦੇ ਨਾਲ ਸਾਂਝਾ ਕੀਤਾ ਸੀ, ਪ੍ਰੋਫੈਸਰ ਲੋਕਾਂ ਦਾ ਜਿਹੜਾ ਕਿ ਐਵਜੇ ਨੇ ਜਿਹੜੇ ਯੂਨੀਵਰਸਿਟੀ ਲੈਵਲ ਤੇ ਕੰਮ ਵੀ ਕਰਦੇ ਆ, ਔਰ ਬਹੁਤ ਸਾਰੇ ਜਿਹੜੇ ਹੈਗੇ ਉਹਨਾਂ ਦੇ ਥੀਸਿਸ ਉਹ ਪੜ੍ਹਨ ਦੇ ਬਾਅਦ ਵੀ ਪਤਾ ਚੱਲਦਾ ਵੀ ਇਹਦੇ ਵਿੱਚੋਂ ਕੱਖ ਵੀ ਅਸੀਂ ਖੱਟ ਨਹੀਂ ਸਕੇ ਆ। ਇਹੋ ਜਿਹੀਆਂ ਵੀ ਬਹੁਤ ਸਾਰੀਆਂ ਜਿਹੜੀਆਂ ਕਿਤਾਬਾਂ ਦਾ ਭਾਰ ਸਾਡੇ ਸਿਰ ਪਿਆ ਹੁੰਦਾ। ਅਗਲੀ ਗੱਲ ਬਾਪੂ ਜੀ ਮੈਂ ਇੱਕ ਸਕਿੰਟ ਇੱਥੇ ਥੋੜਾ ਜਿਹਾ ਰੁਕ ਜਾਓ। ਇੱਕ ਗੱਲ ਮੈਨੂੰ ਹੋਰ ਜਿਹੜੀ ਇੱਥੇ ਮਹੱਤਵਪੂਰਨ ਯਾਦ ਆਈ ਹੋਈ ਹੈ। 1992-93 ਦੇ ਵਿੱਚ ਪੰਜਾਬੀ ਟ੍ਰਿਬਿਊਨ ਦੇ ਵਿੱਚ ਕੁਝ ਲੇਖ ਛਪਦੇ ਸੀ। ਸਰਦਾਰ ਪ੍ਰੀਤਮ ਸਿੰਘ ਅਤੇ ਇੱਕ 2-3 ਹੋਰ ਬੰਦੇ ਸੀ ਤੇ ਉਹਨਾਂ ਦੇ ਲੇਖਾਂ ਦੇ ਮੈਂ ਜਵਾਬ ਦਿੰਦਾ ਸੀ। ਪਹਿਲਾਂ 4-5 ਲੇਖ ਤਾਂ ਮੇਰੇ ਪੰਜਾਬੀ ਟ੍ਰਿਬਿਊਨ ਵਾਲਿਆਂ ਨੇ ਛਾਪਤੇ ਤੇ ਅਖੀਰ ਦੇ ਵਿੱਚ ਇੱਕ ਲੇਖ ਮੇਰੇ ਤੋਂ ਬਹੁਤਾ ਕਰਾਰਾ ਲਿਖ ਹੋ ਗਿਆ, ਉਹਨਾਂ ਨੇ ਨਹੀਂ ਛਾਪਿਆ। ਮੈਂ ਉਡੀਕ ਕੀਤੀ ਤੇ ਜਦੋਂ ਫਿਰ ਵੀ ਨਾ ਛਾਪਿਆ, ਮੈਂ ਆਪ ਹੀ ਉਹਨਾਂ ਦੇ ਦਫ਼ਤਰ ਚੰਡੀਗੜ੍ਹ ਚਲਾ ਗਿਆ। ਉੱਥੋਂ ਜਿਹੜਾ ਸੀ ਸੰਪਾਦਕ ਉਹਨਾਂ ਦਾ, ਉਹਨਾਂ ਨੂੰ ਜਾ ਕੇ ਮੈਂ ਮਿਲਿਆ ਤੇ ਜਦੋਂ ਮੈਂ ਦੱਸਿਆ ਆਪਣੇ ਆਪ ਬਾਰੇ ਤੇ ਦੱਸਿਆ ਵੀ ਮੇਰਾ ਲੇਖ ਕਿਉਂ ਨਹੀਂ ਛਾਪਿਆ, ਉਹ ਮੈਨੂੰ ਕਹਿਣ ਲੱਗਿਆ ਜੀ ਤੁਹਾਡਾ ਜਿਹੜਾ ਲੇਖ ਹੈ ਜੀ ਉਹ ਸਾਡੇ ਮਿਆਰ ਤੇ ਪੂਰਾ ਨਹੀਂ ਉਤਰਦਾ। ਮੈਂ ਕਿਹਾ ਜੀ ਕੀ ਕਾਰਨ? ਕਹਿੰਦਾ ਮੈਨੂੰ ਪਤਾ ਲੱਗਿਆ ਤੁਹਾਡੀ ਪੜ੍ਹਾਈ ਲਿਖਾਈ ਬਹੁਤੀ ਨਹੀਂ ਹੈ, ਤੁਸੀਂ ਇੱਕ ਅਨਪੜ੍ਹ ਬੰਦੇ ਹੋ। ਅੱਛਾ। ਮੈਂ ਕਿਹਾ ਮੈਂ ਤੁਹਾਡੇ ਕੋਲੇ ਵੀਰ ਜੀ ਨੌਕਰੀ ਲੈਣ ਵਾਸਤੇ ਨਹੀਂ ਆਇਆ ਕਿ ਸਰਟੀਫਿਕੇਟ ਪੇਸ਼ ਕਰਾਂ। ਜਿਹੜੇ ਹੋਰ ਲੋਕਾਂ ਦੇ ਲੇਖ ਛਪਦੇ ਨੇ, ਕੀ ਉਹਨਾਂ ਦੇ ਸਰਟੀਫਿਕੇਟ ਵੇਖ ਕੇ ਛਾਪਦੇ ਹੋ ਤੁਸੀਂ? ਬਿਲਕੁਲ। ਅੱਛਾ। ਫਿਰ ਕਹਿਣ ਲੱਗਾ ਨਹੀਂ ਅਸਲ ਦੇ ਵਿੱਚ ਤੁਹਾਡੀ ਸ਼ਬਦਾਵਲੀ ਕਿਸੇ ਹੋਰ ਬੰਦੇ ਨਾਲ ਮਿਲਦੀ ਹੈ, ਉਹਦਾ ਲਿਖਿਆ ਲੇਖ ਲੱਗਦਾ ਸਾਨੂੰ, ਤੁਹਾਡਾ ਨਹੀਂ ਹੈ ਇਹ। ਮੈਂ ਕਿਹਦੇ ਨਾਲ ਮਿਲਦੀ ਹੈ? ਕਹਿੰਦਾ ਡਾਕਟਰ ਹਰਪਾਲ ਸਿੰਘ ਪੰਨੂ ਨਾਲ ਮਿਲਦੀ ਜੁਲਦੀ ਹੈ। ਮੈਂ ਭਰਾਵਾ ਮੇਰਾ ਛੋਟਾ ਭਰਾ ਹੈ, ਉਹਨੇ ਮੇਰੇ ਤੋਂ ਬਹੁਤ ਕੁਝ ਸਿੱਖਿਆ, ਮੈਂ ਉਹਦੇ ਕੋਲੋਂ ਘੱਟ ਸਿੱਖਿਆ, ਉਹਨੇ ਮੇਰੇ ਕੋਲੋਂ ਜ਼ਿਆਦਾ ਸਿੱਖਿਆ। ਭਰਾਵਾਂ ਦੀ ਸ਼ਬਦਾਵਲੀ ਮਿਲਦੀ ਉਹ ਹੁੰਦੀ ਹੈ। ਬਿਲਕੁਲ। ਅਖੀਰ 'ਚ ਨਾ ਜਦੋਂ ਮੈਂ ਨਾ ਹਟਿਆ, ਮੈਨੂੰ ਕਹਿਣ ਲੱਗੇ ਫਿਰ ਮੈਂ ਸੱਚੀ ਗੱਲ ਦੱਸ ਦੇਵਾਂ, ਤੁਸੀਂ ਸੱਚਮੁੱਚ ਪੜ੍ਹੇ ਲਿਖੇ ਨਹੀਂ ਹੈਗੇ ਤੇ ਸਾਡੇ ਅਮਲੇ ਨੇ ਇਸ ਤਰ੍ਹਾਂ ਦਾ ਫੈਸਲਾ ਕੀਤਾ ਉਹਦਾ ਨਹੀਂ ਛਾਪਣਾ। ਬਖਾਨਾ ਇਹ ਤਾਂ ਗੱਲ ਹੈ ਨਹੀਂ, ਹੋਰ ਗੱਲ ਦੱਸ ਵਿੱਚੋਂ ਕੀ ਹੈ? ਕਹਿੰਦਾ ਵਿੱਚੋਂ ਫਿਰ ਇਹ ਹੈ ਵੀ ਜਿਨ੍ਹਾਂ ਦੇ ਵਿਰੁੱਧ ਤੁਸੀਂ ਲਿਖੇ ਸੀ ਇਹ ਲੇਖ, ਉਹਨਾਂ ਨੇ ਸਾਡੇ ਆ ਕੇ ਗੱਲ ਸਿਆਪਾ ਪਾ ਲਿਆ ਵੀ ਸਾਡੀ ਇਸ ਬੰਦੇ ਤੋਂ ਕਿਉਂ ਬੇਇੱਜ਼ਤੀ ਕਰਾਉਣ ਲੱਗੇ ਹੋ, ਅਸੀਂ ਤੁਹਾਡੇ ਅਖਬਾਰ ਵਾਸਤੇ ਕੰਮ ਕਰਨਾ ਬੰਦ ਕਰ ਦਾਂਗੇ ਨਹੀਂ ਤਾਂ। ਅੱਛਾ। ਤੇ ਮੈਂ ਕਿਹਾ ਫਿਰ ਆਹ ਹੋਈ ਨਾ ਗੱਲ, ਇਸ ਕਰਕੇ ਕੀਤਾ? ਕਹਿੰਦਾ ਹਾਂ। ਮੈਂ ਕਿਹਾ ਫਿਰ ਅਨਪੜ੍ਹ ਵਾਲੀ ਗੱਲ ਇੱਕ ਸੁਣ ਲਓ ਮੇਰੇ ਤੋਂ। ਇੱਥੇ ਨਾਨਕ ਸਿੰਘ ਨਾਵਲਿਸਟ 50 ਨਾਵਲ ਲਿਖਣ ਵਾਲਾ ਅਨਪੜ੍ਹ ਸੀ, ਕੇਵਲ 5 ਜਮਾਤਾਂ ਪੜ੍ਹਿਆ ਹੋਇਆ ਸੀ। ਬਿਲਕੁਲ ਜੀ। ਤੇ ਜਸਵੰਤ ਸਿੰਘ ਕਮਲ 50-55 ਨਾਵਲ ਲਿਖਣ ਵਾਲਾ, ਹੋਰ ਕਿਤਾਬਾਂ ਲਿਖਣ ਵਾਲਾ, ਉਹ ਕੇਵਲ 9 ਜਮਾਤਾਂ ਪੜ੍ਹਿਆ ਸੀ। ਮੈਕਸਿਮ ਗੋਰਕੀ ਦੁਨੀਆ ਦਾ ਟੌਪ ਦਾ ਜਿਹੜਾ ਲਿਖਾਰੀ ਸੀ, ਉਹ ਕਦੇ ਸਕੂਲ ਦਾ ਮੂੰਹ ਨਹੀਂ ਸੀ ਵੇਖਿਆ। ਇਸ ਤਰ੍ਹਾਂ ਜਿਹੜੇ ਵੱਡੇ ਵੱਡੇ ਵਿਗਿਆਨੀ ਨੇ, ਵੱਡੇ ਵੱਡੇ ਖੋਜੀ ਨੇ, ਉਹਨਾਂ ਨੇ ਸਕੂਲਾਂ 'ਚ ਕਾਲਜਾਂ 'ਚ ਬਹੁਤਿਆਂ ਨੇ ਪੜ੍ਹਾਈ ਨਹੀਂ ਕੀਤੀ। ਸਕੂਲਾਂ ਕਾਲਜਾਂ ਵਾਲੇ ਤਾਂ ਕੇਵਲ ਤਨਖਾਹ ਲੈਂਦੇ ਨੇ, ਐਸ਼ ਉਡਾਉਂਦੇ ਨੇ, ਨੌਕਰੀ ਕਰਦੇ ਨੇ। ਉਹ ਜਿਹੜੇ ਇਹੋ ਜਿਹੇ ਖਤਰੇ ਮੁੱਲ ਲੈ ਕੇ ਕੰਮ ਨਹੀਂ ਕਰਦੇ, ਇਹ ਮੇਰੇ ਵਰਗੇ ਅਨਪੜ੍ਹ ਹੀ ਕਰਦੇ ਨੇ। ਉਹ ਵਿਚਾਰਾ ਕਹਿੰਦਾ ਹੱਥ ਜੋੜ ਲਿਆ, ਕਹਿੰਦਾ ਭਰਾਵਾ ਹੁਣ ਮੈਂ ਹੋਰ ਕੁਝ ਨਹੀਂ ਬੋਲਣਾ ਹੈ, ਤੁਸੀਂ ਜਾ ਸਕਦੇ। ਠੀਕ ਹੈ ਜੀ। ਇਹ ਦੇਖੋ ਜੀ ਕੁਝ ਸੱਚਾਈਆਂ ਨੇ ਜਿਹੜੀਆਂ ਸਾਨੂੰ ਜ਼ਰੂਰ ਵਾਚ ਲੈਣੀਆਂ ਚਾਹੀਦੀਆਂ। ਬਹੁਤ ਸਾਰੇ ਲੋਕ ਭਾਈ ਰਣਜੀਤ ਸਿੰਘ ਜੀ ਬਾਰੇ ਇਦਾਂ ਦੀ ਸ਼ਬਦਾਵਲੀ ਵਰਤਦੇ ਆ ਕਿ ਉਹ ਪੜ੍ਹੇ ਲਿਖੇ ਨਹੀਂ ਹੈਗੇ। ਮੈਂ ਉਹਨਾਂ ਦੀ ਗੱਲ ਵੀ ਕਰਦਾ ਨਾ, ਬੜੇ ਸਾਰੇ ਕਥਾਕਾਰ ਜਿਨ੍ਹਾਂ ਨੂੰ ਅਸੀਂ ਬਾਹਲਾ ਪਸੰਦ ਕਰਦੇ ਹਾਂ ਮਿੱਠਿਆਂ ਪੋਚਿਆਂ ਕਰਕੇ, ਉਹ ਵੀ ਕੋਈ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੈਗੇ। ਪਰ ਗੱਲ ਇਹ ਨਹੀਂ ਹੁੰਦੀ ਕਿ ਉਹਨਾਂ ਦਾ ਇਹ ਮਿਆਰ ਆਪਾਂ ਇਹ ਸਵਾਲ ਕਰਨਾ ਕਿ ਉਹ ਪੜ੍ਹਿਆ ਲਿਖਿਆ ਹੈ ਕਿ ਨਹੀਂ ਹੈ। ਸ਼ੱਕ ਕਰਨ ਵਾਲਿਆਂ ਨੇ ਤਾਂ ਜਦੋਂ ਸਤਿਆਰਥ ਪ੍ਰਕਾਸ਼ ਲਿਖਿਆ ਉਹਦੇ ਵਿੱਚ ਗੁਰੂ ਨਾਨਕ ਨੂੰ ਖੁਦ ਨੂੰ ਅਨਪੜ੍ਹ ਲਿਖ ਦਿੱਤਾ, ਉਦੋਂ ਫਿਰ ਅਸੀਂ ਕੀ ਕਰਾਂਗੇ?
ਜਿਹੜੇ ਬੰਦੇ ਦੇ ਕਟਾਕਸ਼ ਹੁੰਦੇ ਆ ਉਹਨੇ ਆਪਣੇ ਤਰੀਕੇ ਨਾਲ ਕਰਦੇ ਰਹਿਣਾ ਹੁੰਦਾ। ਬੰਦੇ ਦਾ ਜੀਵਨ ਦਾ ਜਿਹੜਾ ਸਤਰ ਹੈਗਾ, ਉਹਦੀ ਜਿਹੜੀ ਜੀਵਨ ਕਲਾ ਹੈਗੀ ਉਹ ਦੱਸਦੀ ਹੈ। ਕਿਉਂਕਿ ਉਹ ਗੁਰੂ ਪਾਤਸ਼ਾਹ ਨੇ ਕਿਹਾ ਨਾ ਕਿ ਪੜ੍ਹਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀ ਹੈ। ਗੱਲ ਤਾਂ ਸਾਨੂੰ ਵਿਚਾਰਦੀ ਹੈ ਕਿ ਉਹ ਬੰਦਾ ਕਿਸ ਸਤਰ ਤੇ ਜੀ ਰਿਹਾ, ਕਿਹੜੀ ਕਲਾ ਨਾਲ ਜੀ ਰਿਹਾ। ਹਾਂਜੀ, ਠੀਕ ਹੈ। ਸਾਨੂੰ ਨਹੀਂ ਲੈਣਾ ਦੇਣਾ ਕਿਸੇ ਨੇ ਕਿਤਾਬਾਂ ਦਾ ਭਾਰ ਜ਼ਿਆਦਾ ਚੁੱਕਿਆ ਹੋਇਆ ਕਿ ਕਿਸੇ ਨੇ ਘੱਟ ਚੁੱਕਿਆ ਹੋਇਆ, ਪਰ ਜਿਸ ਬੰਦੇ ਨੇ ਕੁੱਲੀਆਂ ਡਿਗਰੀਆਂ ਵਾਲਾ ਭਾਰ ਚੁੱਕਿਆ, ਆਪਣੇ ਨਾਲ ਲੇਬਲ ਲਗਾਇਆ ਹੋਇਆ ਵੀ ਮੈਂ ਬਹੁਤ ਪੜ੍ਹਿਆ ਲਿਖਿਆ, ਤੇ ਉਹ ਕੰਮ ਉਸੇ ਕੋਟੇ ਚੋਂ ਕਰ ਰਿਹਾ ਜਿਹਦੇ ਨਾਲ ਸਮਾਜ ਦਾ ਵਿਕਾਸ ਨਹੀਂ ਸਗੋਂ ਬਰਬਾਦੀ ਦੇ ਰਾਹ ਪਏ ਹੋਏ ਆ, ਤੇ ਉਹ ਕੰਮ ਸਾਨੂੰ ਵੇਖਣਾ ਪੈਂਦਾ ਕਿਹੜਾ ਸਾਡੇ ਲਈ ਸਕਾਰਥ ਹੈ ਤੇ ਕਿਹੜਾ ਅਕਾਰਥ ਹੈ। ਅੱਗੇ ਵਧਦੇ ਆ ਜੀ। ਬਾਪੂ ਜੀ ਅਗਲੀ ਗੱਲ ਦੇ ਵਿੱਚ ਕੀਤਾ ਗਿਆ, ਕਹਿੰਦੇ ਜਦੋਂ ਇਹ ਤਾਂ ਆਪਾਂ ਹਰਾ ਹੋਣ ਦੀ ਤਾਂ ਗੱਲ ਚਲੋ ਕਰ ਲਈ ਹੈ, ਕਹਿੰਦੇ ਸ਼ਿਵਨਾਬ ਨੂੰ ਜਦੋਂ ਬਾਬੇ ਨਾਲ ਗੱਲਬਾਤ ਹੋਈ ਨਾ, ਤੇ ਸ਼ਿਵਨਾਬ ਨੇ ਅੱਗੋਂ ਰਜ਼ੋਈ ਕੀਤੀ, ਕਹਿੰਦੇ ਬਾਬਾ ਜੀ ਮੈਂ ਕੋਈ ਹਾਥੀ ਤੇ ਚੜ੍ਹਨਾ ਪਸੰਦ ਕਰੋਗੇ ਕਿ ਘੋੜੇ ਤੇ, ਮਤਲਬ ਕੀ ਲਿਆਵਾਂ ਤੁਹਾਡੇ ਲਈ, ਕਾਹਦੀ ਸਵਾਰੀ ਕਰਨੀ ਪਸੰਦ ਕਰੋਗੇ? ਤੇ ਬਾਬੇ ਨੇ ਆਖਤਾ ਮੈਂ ਤਾਂ ਰਾਜਾ ਤੇਰੀ ਮਤਲਬ ਪਿੱਠ ਤੇ ਬੈਠ ਕੇ ਜਾਊਂਗਾ। ਰਾਜੇ ਦੀ ਪਿੱਠ ਤੇ ਬੈਠਣ ਵਾਲੀ ਗੱਲ ਜਿਹੜੀ ਆ ਉਹਨੇ ਸੈਨਿਕਾਂ ਰਾਹੀਂ ਕਹਾਤੀ ਜਾਂ ਕਿਸੇ ਰਾਹੀਂ ਕਹਾਤੀ, ਉਹਦੇ ਬਾਰੇ ਵੀ ਇਹਦੇ ਵਿੱਚ ਚਾਨਣਾ ਪਾਓ ਜੀ। ਬਹੁਤ ਮਤਲਬ ਅਜਿਹੀਆਂ ਗੱਲਾਂ ਕੀਤੀਆਂ ਗਈਆਂ ਕਿ ਮੈਂ ਰਾਜੇ ਦੀ ਪਿੱਠ ਦੀ ਸਵਾਰੀ ਕਰਕੇ ਜਾਊਂਗਾ। ਮਤਲਬ ਇਹ ਕਹਿ ਲਈਏ ਕਿ ਗੁਰੂ ਨਾਨਕ ਸਾਹਿਬ ਦੀ ਪੁੱਜ ਕੇ ਅਪਮਾਨ ਕਰਨਾ ਹੈ, ਬੇਇੱਜ਼ਤੀ ਕਰਨੀ ਹੈ, ਇਹਨਾਂ ਸਾਖੀਕਾਰਾਂ ਨੇ ਇੰਨੀ ਵੀ ਅਕਲ ਨਹੀਂ ਹੈ ਕਿ ਅਸੀਂ ਜੇ ਸਿੱਖ ਖਵਾਉਂਦੇ ਆ ਤੇ ਕੱਲ ਨੂੰ ਜੇ ਮੇਰਾ ਇਹਦੇ ਚ ਸਾਖੀ ਚ ਨਾਮ ਆਊਗਾ ਤੇ ਮੈਨੂੰ ਆਉਣ ਵਾਲੇ ਸਮੇਂ ਚ ਲਾਹਣਤਾਂ ਪੈਣਗੀਆਂ, ਫਟਕਾਰਾਂ ਪੈਣਗੀਆਂ, ਜਿਹੜਾ ਕੁਝ ਮੈਂ ਲਿਖ ਰਿਹਾ ਇਹਦਾ ਨਤੀਜਾ ਬੜਾ ਭੈੜਾ ਨਿਕਲੂਗਾ। ਉਹਨੂੰ ਇੰਨੀ ਵੀ ਅਕਲ ਨਹੀਂ ਸੀ ਕਿ ਆਪਣੀ ਇੱਜ਼ਤ ਵਾਸਤੇ ਮੈਂ ਇਹੋ ਜਿਹੀਆਂ ਗੱਲਾਂ ਨਾ ਲਿਖਾਂ, ਪਰ ਉਹਨੂੰ ਅੰਦਰੋਂ ਜਾਂ ਤਾਂ ਬੇਅਕਲ ਸੀ ਜਾਂ ਫਿਰ ਗੁਰੂ ਸਾਹਿਬ ਦੇ ਬਾਰੇ ਇੰਨੀ ਮਨ ਚ ਨਫ਼ਰਤ ਭਰੀ ਹੋਈ ਸੀ ਕਿ ਇਹ ਗੁਰੂ ਨਾਨਕ ਨੂੰ ਆਪਾਂ ਕਿਸੇ ਤਰੀਕੇ ਬਦਨਾਮ ਕਰੀਏ ਤਾਂ ਕਿ ਇਹਨਾਂ ਦਾ ਸਤਿਕਾਰ ਲੋਕਾਂ ਦੇ ਮਨਾਂ 'ਚ ਨਾ ਰਵੇ ਤੇ ਪੁਜਾਰੀਵਾਦ, ਬਾਹਮਣਵਾਦ ਤੇ ਜਿਹੜਾ ਹੋਰ ਇਹੋ ਜਿਹੇ ਲੁੱਟ ਦੇ ਢੰਗ ਨੇ ਉਹ ਇਸ ਤਰ੍ਹਾਂ ਹੀ ਚੱਲਦੇ ਰਹਿਣ, ਕਿਉਂਕਿ ਬਾਬਾ ਨਾਨਕ ਨੇ ਸਾਰਿਆਂ ਦੀਆਂ ਜੜ੍ਹਾਂ ਨੂੰ ਹੱਥ ਪਾ ਕੇ ਹਿਲਾ ਦਿੱਤਾ ਸੀ ਚੰਗੀ ਤਰ੍ਹਾਂ। ਤੇ ਇੱਥੇ ਵੀ ਉਹਨੇ ਜਦੋਂ ਸ਼ਿਵਨਾਬ ਨੇ ਆਖਿਆ ਕਿ ਮੈਂ ਤੁਹਾਨੂੰ ਆਪਣੇ ਮਹਿਲ ਦੇ ਵਿੱਚ ਲੈ ਕੇ ਜਾਣਾ ਹੈ ਤੇ ਉੱਥੇ ਤੁਹਾਡੀ ਮੈਂ ਚੰਗੀ ਤਰ੍ਹਾਂ ਸੇਵਾ ਕਰਾਂਗਾ, ਖਾਣ ਪੀਣ ਦਾ, ਆਰਾਮ ਕਰਨ ਦੇ ਸਾਰੇ ਸਾਧਨ ਮੇਰੇ ਕੋਲ ਮੌਜੂਦ ਨੇ, ਤੁਸੀਂ ਮਹਿਲ ਚੱਲੋ, ਇਹ ਦੱਸੋ ਕਿ ਮੈਂ ਤੁਹਾਡੇ ਵਾਸਤੇ ਹਾਥੀ ਮੰਗਾਵਾਂ, ਘੋੜਾ ਮੰਗਾਵਾਂ ਤੇ ਜਾਂ ਤੁਹਾਡੇ ਵਾਸਤੇ ਰੱਥ ਬੱਘੀ ਮੰਗਾਵਾਂ, ਤੁਸੀਂ ਕਿਹੜੀ ਚੀਜ਼ ਬੈਠ ਕੇ ਪਸੰਦ ਕਰੋਗੇ ਜਾਣ ਦਾ? ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮੈਂ ਤਾਂ ਮਨੁੱਖ ਦੀ ਪਿੱਠ ਤੇ ਚੜ੍ਹ ਕੇ ਜਾਵਾਂਗਾ, ਤੇ ਮਨੁੱਖ ਵੀ ਕੋਈ ਹੋਰ ਨਹੀਂ, ਰਾਜਾ ਹੋਵੇ। ਤੇ ਉਹਦੇ ਘਰ ਵਾਲੀ ਕਹਿਣ ਲੱਗੀ ਰਾਜੇ ਨੂੰ ਕਿਹੜੇ ਨੂੰ ਲਿਆਓਗੇ ਬੁਲਾ ਕੇ ਹੁਣ ਤੁਸੀਂ? ਉਹ ਕਹਿਣ ਲੱਗਿਆ ਕਿ ਮੈਂ ਕਿਸੇ ਰਾਜੇ ਨਾਲ ਬੇਨਤੀ ਕਰ ਲੈਣਾ। ਉਹ ਕਹਿੰਦੀ ਭਲਿਆ ਤੈਨੂੰ ਇਹ ਕਰਨਾ ਪਊਗਾ ਸਾਰਾ, ਹੋਰ ਰਾਜਾ ਕਿਉਂ ਚੱਕੂਗਾ ਇਹਨੂੰ ਆਪਣੀ ਪਿੱਠ ਤੇ? ਫਿਰ ਰਾਜੇ ਨੇ ਆਪਣੀ ਪਿੱਠ ਤੇ ਗੁਰੂ ਨਾਨਕ ਸਾਹਿਬ ਨੂੰ ਬਿਠਾਇਆ। ਦੇਖੋ ਹੁਣ ਕਮਾਲ ਇਹ ਹੈ, ਘੋੜਾ ਵੀ ਬੈਠਣਾ ਔਖਾ ਲੱਗਿਆ ਤੇ ਇਸੇ ਤਰ੍ਹਾਂ ਹਾਥੀ ਤੇ ਬੈਠਣਾ ਵੀ ਔਖਾ ਲੱਗਿਆ, ਬੱਘੀ ਤੇ ਜਾਂ ਰੱਥ ਤੇ ਬੈਠਣਾ ਵੀ ਔਖਾ ਲੱਗਿਆ। ਬੰਦੇ ਦੀ ਪਿੱਠ ਤੇ ਬੈਠਣਾ, ਜਿਹੜੇ ਬੰਦੇ ਤੇ ਭਾਰ ਟਿਕਿਆ ਇੱਕ ਆਦਮੀ ਦਾ, ਉਹਦੀ ਤਾਂ ਬਸ ਹੋਣੀ ਆ, ਜਿਹੜਾ ਉੱਤੇ ਬੈਠਾ ਹੁੰਦਾ ਉਹ ਵੀ ਸੌਖਾ ਨਹੀਂ ਹੁੰਦਾ। ਪਰ ਇਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਰਾਜੇ ਦੀ ਪਿੱਠ ਦੇ ਉੱਤੇ ਬਿਠਾ ਦਿੱਤਾ ਤੇ ਉੱਥੇ ਮਹਿਲ ਦੇ ਵਿੱਚ ਗੁਰੂ ਨਾਨਕ ਸਾਹਿਬ ਰਾਜੇ ਦੀ ਪਿੱਠ ਤੇ ਬੈਠ ਕੇ ਪਹੁੰਚ ਗਏ ਨੇ। ਹੁਣ ਇਹ ਸਾਰਾ ਕੁਝ ਸਾਨੂੰ ਸਾਖੀਆਂ ਦੇ ਵਿੱਚ ਲਿਖਿਆ ਮਿਲਦਾ ਹੈ ਤੇ ਵਿੰਗੇ ਟੇਢੇ ਢੰਗਾਂ ਨਾਲ ਇਹ ਸਾਨੂੰ ਸੁਣਾਇਆ ਜਾ ਰਿਹਾ। ਤੇ ਜਿਹਨੇ ਡਾਕਟਰ ਕਿਰਪਾਲ ਸਿੰਘ ਜਿਹਨੇ ਇਹ ਸਾਖੀਆਂ ਦੀ ਸੰਪਾਦਨਾ ਕੀਤੀ ਹੈ, ਉਹਨਾਂ ਨੇ ਵੀ ਇਹਨਾਂ ਤੇ ਕੋਈ ਬਹੁਤੀਆਂ ਟਿੱਪਣੀਆਂ ਨਹੀਂ ਕੀਤੀਆਂ। ਬਹੁਤੀਆਂ ਥਾਵਾਂ ਤੇ ਇਹੀ ਆਖਿਆ ਕਿ ਦੇਖੋ ਜੀ ਫਲਾਣੀ ਸਾਖੀ 'ਚ ਵੀ ਲਿਖਿਆ, ਉਹਦੇ 'ਚ ਵੀ ਲਿਖਿਆ। ਜਦੋਂ 3-4 ਸਾਖੀਆਂ 'ਚ ਇਹ ਗੱਲ ਲਿਖੀ ਹੋਈ ਹੈ, ਇਹਦਾ ਮਤਲਬ ਵੋਟਾਂ ਬਹੁਤੀਆਂ ਪੈ ਗਈਆਂ, ਫਿਰ ਠੀਕ ਹੀ ਹੋਣੀ ਹੈ। ਬਿਲਕੁਲ ਠੀਕ ਹੈ ਜੀ। ਹਾਂਜੀ ਬਾਪੂ ਜੀ, ਤਾਂ ਚਲੋ ਇੱਕ ਵੱਖਰਾ ਜਾਂ ਹੋਰ ਹੀ ਪ੍ਰਕਰਨ ਸ਼ੁਰੂ ਹੋ ਗਿਆ ਉਹਨਾਂ ਦਾ ਕਿ ਪਿੱਠ ਤੇ ਚੜ੍ਹ ਕੇ ਜਾਵਾਂਗੇ। ਅੱਜ ਤਾਈਂ ਵੈਸੇ ਅਜਿਹੀਆਂ ਗੱਲਾਂ ਜਿਹੜੀਆਂ ਉਹ ਸੁਣਨ ਨੂੰ ਵੈਸੇ ਵੀ ਸੱਭਿਅਕ ਨਹੀਂ ਲੱਗਦੀਆਂ। ਔਰ ਕਿਉਂਕਿ ਕੋਈ ਪਿੰਗਲਾ ਆਖੇ ਜਾਂ ਕੋਈ ਲੱਤਾਂ ਤੋਂ ਹੀਣਾ ਆਖੇ ਵੀ ਮੈਂ ਤੇਰੀ ਪਿੱਠ ਤੇ ਬੈਠ ਜਾਣਾ ਤੇ ਤੂੰ ਮੈਨੂੰ ਉੱਥੇ ਛੱਡ ਦੇ, ਉਹ ਤਾਂ ਗੱਲ ਜਿਹੜੀ ਅੱਜ ਤੱਕ ਫੱਬਦੀ ਚ ਸੁਣੀ ਆ ਵੀ ਜੇ ਕੋਈ ਆਪਣਾ ਹੀਣਾ ਹੋਵੇ ਕਿਸੇ ਕਾਰਨ ਕਰਕੇ ਤੇ ਬੰਦਾ ਕਵੇ ਮੈਨੂੰ ਦੂਸਰੇ ਬੰਨੇ ਛੱਡ ਦੇ, ਮੈਨੂੰ ਚੁੱਕ ਕੇ ਛੱਡ ਦੇ, ਤਾਂ ਉਹ ਸਮਝ ਆਉਂਦਾ। ਪਰ ਗੁਰੂ ਨਾਨਕ ਸਾਹਿਬ ਵਰਗੀ ਚੰਗੀ ਸੋਚ ਦੇ ਮਾਲਕ ਜਿਹੜੇ ਆ, ਕਿਸੇ ਦੀ ਪਿੱਠ ਦੀ ਸਵਾਰੀ ਕਰਨ ਦੀ ਗੱਲ ਵੈਸੇ ਵੀ ਕਰਨ ਤਾਂ ਉਹ ਇੱਕ ਸੱਭਿਅਕ ਨਹੀਂ ਲੱਗਦਾ ਹੈਗਾ। ਅਗਲੀ ਗੱਲ ਤਾਂ ਮੈਂ ਸੋਚ ਕੇ ਹੋਰ ਵੀ ਹੈਰਾਨ ਆ ਬਾਪੂ ਜੀ, ਜਦੋਂ ਆਪਾਂ ਪੜ੍ਹਦੇ ਹਾਂ ਕਹਿੰਦੇ ਜਿਹੜੀ ਰਾਣੀ ਚੰਦਰਕਲਾ ਸੀ, ਹੁਣ ਅੱਗੇ ਬਾਬਾ ਪਹੁੰਚ ਵੀ ਜਾਂਦਾ, ਪਿੱਠ ਦੀ ਸਵਾਰੀ ਵੀ ਕਰਾ ਦਿੰਦੇ ਆ, ਤੇ ਜਦੋਂ ਅੰਦਰ ਪਹੁੰਚਦੇ ਆ ਤੇ ਬਾਬੇ ਦੀ ਆਓ ਭਗਤ ਕਰਨੀ, ਕਹਿੰਦੇ ਬਹੁਤ ਖਾਤਰਦਾਰੀ ਕਰਨੀ ਤੁਹਾਡੀ। ਸਵਾਲ ਕੀਤਾ ਜਾਂਦਾ ਵੀ ਖਾਣੇ ਵਿੱਚ ਕੀ ਖਾਓਗੇ, ਕਿਹੜਾ ਪਕਵਾਨ ਹੈ ਤੁਹਾਨੂੰ ਜਿਹੜਾ ਜ਼ਿਆਦਾ ਪਸੰਦ ਹੈ?
ਜਦੋਂ ਇਹ ਸਵਾਲ ਕੀਤਾ ਜਾਂਦਾ ਹੈ ਤਾਂ ਨਾਲ ਬਾਬਾ ਜੀ ਦਾ ਇਹ ਜਵਾਬ ਹੈ, ਕਹਿੰਦੇ ਕਿ ਮੈਨੂੰ ਤਾਂ ਮਤਲਬ ਮਾਸ ਜਿਹੜਾ ਬੰਦੇ ਦਾ ਉਹ ਰਿੰਨ ਕੇ ਖਵਾਇਆ ਜਾਏ, ਮੈਂ ਤਾਂ ਉਹ ਖਾਣਾ ਪਸੰਦ ਕਰਦਾ। ਹਾਂਜੀ, ਇਹਦੇ ਬਾਰੇ ਥੋੜਾ ਚਾਨਣਾ ਪਾਓ। ਉਹਨੇ ਇਹਦੇ ਵਿੱਚ ਤਾਂ ਇਹ ਵੀ ਲਿਖਿਆ ਕਿ ਉਹਨੇ ਆਪਣੇ ਬੇਟੇ ਦਾ ਮਾਸ ਰਿੰਨ ਕੇ ਉਹਦੇ ਬਾਬੇ ਦੇ ਅੱਗੇ ਰੱਖ ਦਿੱਤਾ ਤੇ ਉਹਨਾਂ ਨੇ ਛਕਿਆ ਤੇ ਪਰੋਸਿਆ ਗਿਆ। ਵੇਖੋ ਜੀ, ਇੱਥੇ ਨਾ ਮੈਂ ਤੁਹਾਨੂੰ ਇਹ ਕਹਾਣੀ ਸੁਣਾਉਣ ਲੱਗਿਆ ਬਾਅਦ ਦੇ ਵਿੱਚ। ਇੱਕ ਵਾਰੀ ਇੱਥੇ ਪਟਿਆਲੇ 'ਚ ਇੱਕ ਕਾਫੀ ਵੱਡਾ ਗੁਰਦੁਆਰਾ ਹੈ, ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਇਆ ਜਾ ਰਿਹਾ ਸੀ। ਉਹਨਾਂ ਕਿਤੇ ਪ੍ਰਬੰਧਕਾਂ ਨੇ ਗਲਤੀ ਕਰ ਲਈ, ਮੈਨੂੰ ਉਹਨਾਂ ਨੇ ਬੁਲਾ ਲਿਆ ਤੇ ਮੈਂ ਉੱਥੇ 10 ਸਾਲ ਪਹਿਲਾਂ ਗਿਆ ਤੇ ਇਹੋ ਹੀ ਸਾਖੀ ਵੀ ਮੈਂ ਵਿੱਚ ਸੁਣਾ ਦਿੱਤੀ ਕਿ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੇ ਬੱਚੇ ਦਾ ਮਾਸ ਖਾ ਲਿਆ ਤੇ ਉਹਨਾਂ ਦਾ ਬੱਚਾ ਬਾਅਦ ਦੇ ਵਿੱਚ ਜਿਉਂਦਾ ਕਰ ਦਿੱਤਾ। ਮੈਂ ਸਟੇਜ ਤੇ ਸੁਣਾਇਆ ਬਈ ਮੈਂ ਤਾਂ ਇਹ ਕਹਿਣ ਹੀ ਲੱਗਿਆ ਸੀ ਵੀ ਸੋਚੋ ਕਿ ਇਹ ਗੱਲ ਸੱਚ ਹੈ, ਪਰ ਉੱਥੋਂ ਬੰਦਿਆਂ ਨੇ, ਬੀਬੀਆਂ ਨੇ ਜਦੋਂ ਮੁੰਡਾ ਜਿਉਂਦੇ ਦੀ ਗੱਲ ਮੈਂ ਸੁਣਾਈ, ਨਾਲ ਦੀ ਨਾਲ ਜਕਾਰੇ ਛੱਡਣੇ ਸ਼ੁਰੂ ਕਰ ਦਿੱਤੇ। ਅੱਛਾ। ਤੇ ਮੈਂ ਉੱਥੇ ਚੁੱਪ ਕਰ ਗਿਆ। ਜਦੋਂ ਉਹਨਾਂ ਦੇ ਜਕਾਰੇ ਬੰਦ ਹੋਏ, ਮੈਂ ਸੱਚੀ ਸਟੇਜ ਦੇ ਉੱਤੇ ਲਾਹਣਤਾਂ ਪਾਣੀਆਂ ਸ਼ੁਰੂ ਕਰਤੀਆਂ। ਮੈਂ ਦੁਰ ਫਿਟੇ ਮੂੰਹ, ਤੁਹਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਜੇ ਲੋਕਾਂ ਨੂੰ ਸਿੱਖ ਕਮਾਉਣ ਦੇ ਤੁਸੀਂ ਹੱਕਦਾਰ ਨਹੀਂ ਹੈਗੇ। ਇਹ ਤਾਂ ਬਹੁਤ ਹੀ ਸ਼ਰਮਨਾਕ ਗੱਲ ਹੈ। ਤੇ ਮੈਂ ਤਾਂ ਦੱਸ ਰਿਹਾ ਕਿ ਉਹ ਲੋਕ ਗੁਰੂ ਨਾਨਕ ਸਾਹਿਬ ਦਾ ਅਪਮਾਨ ਕਰ ਰਹੇ ਨੇ ਤੇ ਤੁਸੀਂ ਜਕਾਰੇ ਛੱਡ ਰਹੇ ਹੋ, ਤੁਹਾਨੂੰ ਸ਼ਰਮ ਨਹੀਂ ਆਉਂਦੀ ਇਸ ਗੱਲ ਦੀ? ਬਿਲਕੁਲ। ਤੇ ਉਹਨਾਂ ਨੇ ਤਾਂ ਵਿਚਾਰਿਆਂ ਨੇ ਕੀ ਜਵਾਬ ਦੇਣਾ ਸੀ? ਪ੍ਰਧਾਨ ਮੇਰੇ ਕੋਲੇ ਆ ਗਿਆ, ਆਪੇ ਹੱਥ ਜੋੜ ਕੇ ਖੜਾ, ਕਹਿੰਦਾ ਗਿਆਨੀ ਜੀ ਸਾਨੂੰ ਤਾਂ ਇੰਨੀ ਕੀ ਅਕਲੀ ਹੈ, ਤਾਂ ਸਮਝ ਤਾਂ ਮੈਨੂੰ ਵੀ ਨਹੀਂ ਸੀ ਆਈ ਇਸ ਗੱਲ ਦੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅੱਛਾ। ਤੇ ਹਾਰ ਕੇ ਫਿਰ ਮੈਨੂੰ ਉੱਥੇ ਹੀ ਕਹਿਣਾ ਪਿਆ ਵੀ ਭਾਈ ਜੇ ਇੰਨੀ ਵੀ ਤੁਹਾਡੇ ਕੋਲੇ ਅਕਲ ਨਹੀਂ ਨਾ ਹੈ ਕਿ ਗੁਰੂ ਸਾਹਿਬ ਦਾ ਕਿਸੇ ਸਾਖੀ 'ਚ ਅਪਮਾਨ ਹੋ ਰਿਹਾ ਕਿ ਸਨਮਾਨ ਹੋ ਰਿਹਾ, ਫਿਰ ਮੈਂ ਇੱਥੇ ਮੁੜ ਕੇ ਨਹੀਂ ਆਵਾਂਗਾ। ਫਿਰ ਮੈਂ ਇਹੋ ਜਿਹੇ ਲੋਕਾਂ ਨੂੰ ਨਹੀਂ ਮੱਤ ਦੇ ਸਕਦਾ। ਇਹੋ ਜਿਹੀ ਹਾਲਤ ਸਾਡੀ ਨਿੱਘਰੀ ਪਈ ਹੈ, ਸਾਖੀਆਂ ਸੁਣਾ ਕੇ ਇਹੋ ਜਿਹੀ ਹਾਲਤ ਬਣਾਈ ਪਈ ਹੈ। ਬਿਲਕੁਲ ਜੀ। ਤੋਂ ਇੱਥੇ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਨੂੰ ਜਦੋਂ ਉਹਨਾਂ ਨੇ ਪੁੱਛਿਆ ਕਿ ਤੁਸੀਂ ਕੀ ਛਕੋਗੇ, ਕੀ ਪਸੰਦ ਕਰਦੇ ਹੋ, ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ 12 ਸਾਲ ਦੇ 13 ਸਾਲ ਦੇ ਲੜਕੇ ਦਾ ਮੈਂ ਮਾਸ ਖਾਣਾ ਚਾਹੁੰਦਾ ਤੇ ਹੋਵੇ ਵੀ ਰਾਜਕੁਮਾਰ। ਤੇ ਉਹ ਕਹਿੰਦੇ, ਰਾਜਾ ਕਹਿਣ ਲੱਗਿਆ ਵੀ ਕਿਸੇ ਰਾਜੇ ਦਾ ਰਾਜਕੁਮਾਰ ਮੁੰਡਾ ਆਪਾਂ ਲੱਭ ਲੈਨੇ ਆ। ਉਹ ਰਾਣੀ ਕਹਿੰਦੀ ਭਲਿਆ ਮਾਨਸਾ ਐ ਕਿਵੇਂ ਲੱਭ ਜੂਗਾ, ਉਹਨੂੰ ਖੋ ਕੇ ਲਿਆਵੇਂਗਾ, ਰਾਜੇ ਨਾਲ ਜੰਗ ਹੋਊਗੀ ਤੇ ਪਤਾ ਨਹੀਂ ਤੂੰ ਮਰੇਗਾ, ਪਤਾ ਨਹੀਂ ਉਹ ਮਰੂਗਾ ਤੇ ਕਿੰਨਾ ਟਾਈਮ ਲੱਗੂਗਾ, ਇਸ ਤਰ੍ਹਾਂ ਕਿਵੇਂ ਹੋ ਜਾਊਗਾ ਦੂਜੇ ਦਾ ਮੁੰਡਾ ਖੋ ਕੇ ਲਿਆਉਣਾ? ਰਾਜਾ ਕਹਿਣ ਲੱਗਿਆ ਫਿਰ ਹੋਰ ਮੈਂ ਕੀ ਕਰਾਂ? ਕਹਿੰਦੀ ਆਪਣਾ ਮੁੰਡਾ ਹੈਗਾ, ਫਿਰ ਜਿਹਦਾ ਖਵਾਉਣਾ ਹੀ ਹੈ ਤਾਂ ਆਪਣਾ ਮੁੰਡਾ ਖਵਾ ਦੇ, 12-13 ਸਾਲ ਦਾ ਹੈਗਾ ਇਹ। ਅੱਛਾ। ਤੇ ਕਹਿੰਦਾ ਠੀਕ ਹੈ ਜੀ। ਫਿਰ ਤੇ ਗੁਰੂ ਨਾਨਕ ਸਾਹਿਬ ਨੂੰ ਉਹਨੇ ਆਖਿਆ, ਕਹਿੰਦੀ ਜੀ ਠੀਕ ਹੈ, ਮੇਰਾ ਮੁੰਡੇ ਦਾ 13 ਸਾਲ ਦੀ 12 ਸਾਲ ਦੇ ਦਰਮਿਆਨ ਚ ਉਮਰ ਹੈ। ਉੱਥੇ ਬਕਾਇਦਾ ਲਿਖਿਆ ਹੈ ਵੀ ਪੱਤਰੀ ਖੋਲ ਕੇ ਵੇਖੀ ਗਈ ਕਿ ਦੇਖ ਤਾਂ ਲਈਏ ਪਹਿਲਾਂ ਉਮਰ ਕਿੰਨੀ ਹੈ। ਮਾਂ ਪਿਓ ਨੂੰ ਪੱਕਾ ਪਤਾ ਵੀ ਨਹੀਂ ਹੈ ਪੱਤਰੀ ਤੋਂ ਬਿਨਾਂ ਕਿ ਇਹਦੀ ਉਮਰ ਪੱਕੀ ਕਿੰਨੀ ਹੈ। ਤੇ ਖੈਰ ਉਹ ਕਹਿੰਦੇ ਜੀ ਉਹਨਾਂ ਨੂੰ ਜਦੋਂ ਸਾਰੀ ਤਿਆਰੀ ਕਰ ਲਈ, ਗੁਰੂ ਨਾਨਕ ਸਾਹਿਬ ਕਹਿਣ ਲੱਗੇ ਹੁਣ ਐ ਕਰੋ, ਉਹ ਲੜਕਾ 12 ਸਾਲ ਦਾ ਵਿਆਹਿਆ ਹੋਇਆ ਵੀ ਸੀ, ਉਹਦੀ ਵਹੁਟੀ ਵੀ ਅੰਦਾਜ਼ਾ ਲਾ ਲਓ ਕਿੰਨੀ ਕੁ ਉਮਰ ਦੀ ਹੋਣੀ ਹੈ ਵਿਚਾਰੀ। ਤੇ ਕਹਿੰਦੇ ਉਹਨੂੰ ਕਹਿ ਦਿੱਤਾ ਵਹੁਟੀ ਨੂੰ ਬਈ ਤੂੰ ਇਹਦੇ ਪੈਰ ਫੜ ਲੈ ਮੁੰਡੇ ਦੇ, ਤੇ ਰਾਣੀ ਹੈ ਜਿਹੜੀ ਉਹਦੀ ਮਾਂ ਉਹਦੇ ਹੱਥ ਫੜ ਲਵੇ, ਸਿਰ ਨੱਪ ਲਵੇ, ਤੇ ਰਾਜਾ ਉਹਨੂੰ ਜ਼ਿਬਾ ਕਰੇ, ਉਹਨੂੰ ਕਤਲ ਕਰੇ, ਉਹਦੇ ਮਾਸ ਦੇ ਟੁਕੜੇ ਬਣਾਵੇ। ਤੇ ਇਸ ਤਰ੍ਹਾਂ ਗੁਰੂ ਨਾਨਕ ਨੇ ਉਹਨਾਂ ਦੀ ਡਿਊਟੀ ਲਾ ਦਿੱਤੀ। ਉਹਨਾਂ ਨੇ ਰੋਂਦਿਆਂ ਨੇ ਕੁਰਲਾਉਂਦਿਆਂ ਨੇ ਉਸੇ ਤਰ੍ਹਾਂ ਉਸ ਮੁੰਡੇ ਦੇ ਟੁਕੜੇ ਟੁਕੜੇ ਕੀਤੇ, ਉਹਨੂੰ ਰਿੰਨਿਆ। ਤੇ ਗੁਰੂ ਨਾਨਕ ਸਾਹਿਬ ਜਦੋਂ ਮੀਟ ਖਾਣ ਦਾ, ਮਾਸ ਖਾਣ ਦਾ ਸਮਾਂ ਆਇਆ, ਸਾਰਿਆਂ ਨੂੰ ਕਹਿਣ ਲੱਗੇ ਵੀ ਅੱਖਾਂ ਮੀਟ ਲਓ ਤੇ ਤੁਸੀਂ ਹੁਣ ਛਕਦੇ ਜਾਓ। ਉਹ ਅੱਖਾਂ ਮੀਟ ਲਈਆਂ ਸਾਰਿਆਂ ਨੇ ਤੇ ਖਾਈ ਗਏ। ਜਦੋਂ ਪੂਰੀ ਤਰ੍ਹਾਂ ਰੱਜ ਗਏ, ਅੱਖਾਂ ਖੋਲੀਆਂ ਤੇ ਉੱਥੋਂ ਗੁਰੂ ਨਾਨਕ ਸਾਹਿਬ ਗਾਇਬ ਸੀ, ਉਹ ਹੈ ਨਹੀਂ ਸੀ। ਉਹ ਵਿਚਾਰੇ ਪਾਗਲ ਹੋ ਗਏ, ਕੱਪੜੇ ਲਾਹ ਦਿੱਤੇ, ਵਾਲ ਖੋਲ ਲਏ, ਬੁਰੀਆਂ ਹਾਲਤਾਂ ਸਾਰਿਆਂ ਦੀਆਂ ਹੋ ਗਈਆਂ। ਜੰਗਲਾਂ 'ਚ ਦੌੜੇ ਫਿਰਦੇ ਰਹੇ 1 ਸਾਲ ਤੱਕ, ਪੂਰੇ ਉਹ ਭਟਕਦੇ ਰਹੇ, ਟੱਕਰਾਂ ਮਾਰਦੇ ਰਹੇ, ਮਰਨ ਕਿਨਾਰੇ ਪਹੁੰਚ ਗਏ। ਤੇ ਫਿਰ 1 ਸਾਲ ਤੋਂ ਪਿੱਛੋਂ ਅਚਨਚੇਤੀ ਗੁਰੂ ਨਾਨਕ ਸਾਹਿਬ ਆ ਕੇ ਪ੍ਰਗਟ ਹੋਏ, ਉਹਨਾਂ ਨੂੰ ਧਰਵਾਸ ਦਿੱਤਾ। ਉਹਨਾਂ ਨੂੰ ਸ਼ਬਦ ਵੀ ਲਿਖੇ ਹੋਏ ਨੇ ਵਿੱਚ ਵੀ, ਉਹ ਫਿਰ ਸ਼ਬਦ ਸੁਣਾਏ, ਸ਼ਬਦ ਪੜ੍ਹੇ। ਤੇ ਫਿਰ ਉਹਨਾਂ ਨੂੰ ਕਹਿਣ ਲੱਗੇ ਤੁਹਾਡਾ ਮੁੰਡੇ ਦੀ ਕੋਈ ਹੱਡੀ ਪਈ ਹੋਣੀ ਹੈ ਕਿਤੇ। ਉਹਨਾਂ ਨੇ ਕਿਤੋਂ ਜੀ ਹੱਡੀ ਲੱਭ ਕੇ ਲਿਆਂਦੀ। ਗੁਰੂ ਨਾਨਕ ਸਾਹਿਬ ਨੇ ਵਾਹਿਗੁਰੂ ਆਖਿਆ ਤੇ ਮੁੰਡਾ ਦੁਬਾਰੇ 9/9 ਉੱਥੇ ਜਿਉਂਦਾ ਕਰਕੇ ਉਹਨਾਂ ਦੇ ਸਾਹਮਣੇ ਬਿਠਾ ਦਿੱਤਾ। ਫਿਰ ਉੱਥੇ ਬਹੁਤ ਲੋਕ ਲੰਕਾ ਦੇ ਸਿੱਖ ਬਣੇ। ਉੱਥੇ ਗੁਰੂ ਨਾਨਕ ਸਾਹਿਬ ਦੀ ਯਾਦ ਦੇ ਵਿੱਚ ਕਹਿੰਦੇ ਫਿਰ ਗੁਰਦੁਆਰਾ ਬਣਿਆ। ਉੱਥੇ ਗੁਰੂ ਨਾਨਕ ਨਾਮ ਲੇਵਾ ਸੰਗਤ ਬਹੁਤ ਬਣ ਗਈ ਜੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ। ਇਹ ਆਪਾਂ ਵੀ ਵਾਹਿਗੁਰੂ ਕਹਿਣਾ ਜੀ, ਤੇ ਬਾਬਾ ਨਾਨਕ ਖੁਦ ਵੀ ਵਾਹਿਗੁਰੂ ਕਹਿੰਦਾ ਸੀ। ਸਾਖੀਆਂ ਦੇ ਮੁਤਾਬਕ ਇਹੀ ਆ। ਹਾਲਾਂਕਿ ਬਾਬੇ ਨਾਨਕ ਨੇ ਵਾਹਿਗੁਰੂ ਸ਼ਬਦ ਦੀ ਵਰਤੋਂ ਕਿਤੇ ਨਹੀਂ ਕੀਤੀ, ਪਰ ਸਾਖੀਆਂ ਵਾਲਿਆਂ ਨੇ ਇਹ ਵੀ ਵਰਤਿਆ ਹੋਇਆ। ਠੀਕ ਹੈ ਜੀ। ਮੈਂ ਕਈ ਵਾਰੀ ਮੈਨੂੰ ਤਾਂ ਇੱਕ ਦਿਨ ਇੱਕ ਸਵਾਲ ਕਿਸੇ ਵੀਰ ਨੇ ਮੁੰਬਈ ਤੋਂ ਕੀਤਾ ਫੋਨ ਕਰਕੇ। ਕਹਿੰਦੇ ਜਿਹੜਾ ਕੁਲਵੰਤ ਸਿੰਘ ਕਥਾਕਾਰ ਆ, ਉਹਨੇ ਦੱਸਿਆ ਵੀ ਸਿਮਰਨ ਤੇ ਜਪ ਵਿੱਚ ਬੜਾ ਫਰਕ ਆ। ਅੱਛਾ, ਠੀਕ ਹੈ। ਤੇ ਉਹ ਕਹਿੰਦਾ ਜੀ ਮੈਨੂੰ ਕਹਿੰਦਾ ਕੀ ਫਰਕ ਹੋ ਸਕਦਾ ਇਹਦੇ ਵਿੱਚ। ਮੈਂ ਕਿਹਾ ਪਹਿਲੀ ਗੱਲ ਤਾਂ ਮੈਨੂੰ ਸਵਾਲ ਕਰਨ ਵਾਲੇ ਤੇ ਮਤਲਬ ਏਦਾਂ ਫਰਕ ਲੱਗਦਾ ਵੀ ਉਹਦੇ ਦਿਮਾਗ 'ਚ ਕੀ ਚੱਲ ਰਿਹਾ ਹੋਣਾ ਜਿਹੜਾ ਏਦਾਂ ਦੇ
ਸਵਾਲ ਕਰਦਾ ਹਨਾ, ਕੀ ਬੰਦਾ ਹਾਂ ਕਿਸੇ ਦੇ ਸ਼ਬਦ ਸੁਣਨ ਤੋਂ ਬਾਅਦ, ਕਿਸੇ ਦੀ ਇੱਕ ਕਥਾ ਸੁਣਨ ਤੋਂ ਬਾਅਦ ਉਲਝ ਜਾਂਦਾ। ਤੇ ਇਹੋ ਜਿਹੇ ਲੋਕਾਂ ਨੇ ਜਿਹੜੇ ਕਹਿੰਦੇ ਆ ਵੀ ਅਸੀਂ ਬੜੇ ਮਹਾਨ ਕਥਾਕਾਰ ਹੈਗੇ ਆ, ਉਹਨਾਂ ਨੇ ਸਮਾਜ ਨੂੰ ਦੇਣ ਕੀ ਦਿੱਤੀ ਹੈ? ਮੈਨੂੰ ਲੱਗਦਾ ਜ਼ਮੀਨਾਂ ਬਣਾ ਲਈਆਂ ਬਹੁਤ ਜ਼ਿਆਦਾ, ਔਰ ਆਪਦੇ ਘਰ ਭਰ ਲਏ। ਹੋਰ ਇਹਨਾਂ ਨੂੰ ਕੋਈ ਮਕਸਦ ਨਹੀਂ ਰਿਹਾ ਇਹਨਾਂ ਦੇ ਕੋਲੇ ਵੀ ਹੋਰ ਕੁਛ ਵੀ। ਇਹਨਾਂ ਨੇ ਹੱਕ ਤੇ ਸੱਚ ਦੀ ਜਿਹੜੀ ਕਮਾਈ ਦੀ ਗੱਲ ਉੱਥੇ ਸਟੇਜ ਤੇ ਮਤਲਬ ਹੱਥ ਮਾਰ ਮਾਰ ਕੇ ਏਦਾਂ ਕਹਿੰਦੇ ਰਹਿਣਾ ਕਿ ਬਾਬਾ ਨਾਨਕ ਉਹ ਕਹਿ ਗਿਆ, ਪਰ ਉਸੇ ਦੇ ਨਾਮ ਤੇ ਰੋਟੀਆਂ ਸੇਕਣ ਤੋਂ ਇਲਾਵਾ ਸਾਨੂੰ ਕੁਛ ਆਇਆ ਨਹੀਂ ਔਰ ਅਸੀਂ ਕਰ ਨਹੀਂ ਸਕੇ। ਨਹੀਂ, ਇੱਥੇ ਨਾ ਇੱਕ ਗੱਲ ਕਦੀ ਸੋਚ ਕੇ ਦੇਖੋ ਕਿ ਗੁਰੂ ਨਾਨਕ ਸਾਹਿਬ ਨੂੰ ਜਿੱਥੇ ਉਹ ਲੰਕਾ 'ਚ ਜਾਂ ਜਗਨਨਾਥਪੁਰੀ ਜਾਂ ਕਾਂਸ਼ੀ ਜਾਂ ਮੱਕੇ ਜਿੱਥੇ ਜਾਂਦੇ ਸੀ, ਕੀ ਉਹਨਾਂ ਨਾਲ ਕੋਈ ਸੌਦਾ ਹੁੰਦਾ ਸੀ ਉੱਥੇ ਕਿ ਤੁਹਾਨੂੰ ਇੰਨੇ ਪੈਸੇ ਦੇਵਾਂਗੇ, ਆਓ ਸਾਡੇ ਕੋਲ ਲੈਕਚਰ ਕਰੋ? ਬਿਲਕੁਲ। ਤੇ ਗੁਰੂ ਨਾਨਕ ਸਾਹਿਬ ਤਾਂ ਜਾਨ ਤਲੀ ਤੇ ਰੱਖੀ ਸਮਾਜ ਦੇ ਸੁਧਾਰ ਵਾਸਤੇ ਬਿਨਾਂ ਬੁਲਾਏ ਆਪ ਹੀ ਉਹਨਾਂ ਨਾਲ ਲੜਾਈਆਂ ਛੇੜਦੇ ਸੀ, ਬਹਿਸ ਮੁਬਾਸੇ ਕਰਦੇ ਸੀ। ਕਈ ਵਾਰੀ ਤਾਂ ਜਗਨਨਾਥਪੁਰੀ ਦੇ ਮੰਦਿਰ ਦੇ ਵਿੱਚ ਤਾਂ ਇਹ ਵੀ ਸਾਖੀਆਂ 'ਚ ਅੱਗੇ ਆਪਾਂ ਸੁਣਾਵਾਂਗੇ ਲਿਖਿਆ ਹੋਇਆ ਹੈ ਕਿ ਗੁਰੂ ਨਾਨਕ ਸਾਹਿਬ ਨੇ ਇੰਨਾ ਬਹਿਸ ਮੁਬਾਸਾ ਕੀਤਾ, ਉਹ ਜਿਹੜਾ ਭਗਵਾਨ ਸੀ ਉੱਥੋਂ ਦਾ ਉਹ ਬਹੁਤ ਨਾਰਾਜ਼ ਹੋ ਗਿਆ ਵੀ ਮੇਰੇ ਵਿਰੁੱਧ ਇਹ ਤਾਂ ਬੋਲੀ ਜਾਂਦਾ ਹੈ। ਰਾਤ ਨੂੰ ਗੁਰੂ ਨਾਨਕ ਦੇ ਸਿਰ ਦੇ ਵਿੱਚ ਉੱਪਰੋਂ ਇੱਟਾਂ ਡਿੱਗੀਆਂ। ਇਹਦਾ ਮਤਲਬ ਹੈ ਪੁਜਾਰੀਆਂ ਨੇ ਦੁਖੀ ਹੋ ਕੇ ਉਹਨਾਂ ਨੂੰ ਮਾਰਨ ਦਾ ਯਤਨ ਕੀਤਾ ਹੋਣਾ, ਇੱਟਾਂ ਮਾਰੀਆਂ ਹੋਣੀਆਂ ਤੇ ਜਾਨ ਬਚ ਗਈ, ਵੱਖਰੀ ਗੱਲ ਹੈ। ਨਹੀਂ ਤਾਂ ਗੁਰੂ ਨਾਨਕ ਸਾਹਿਬ ਨੇ ਮਰਨਾ ਵੀ ਕਬੂਲ ਕੀਤਾ ਤਾਂ ਕਿ ਸਮਾਜ ਦਾ ਕੋਈ ਸੁਧਰ ਜਾਵੇ। ਪਰ ਸਾਡੇ ਵਾਲੇ ਬਹੁਤਾ ਲਾਣਾ ਪੁਜਾਰੀ ਹੈ ਜਿਹੜਾ ਖਰੀ ਗੱਲ ਵੀ ਘੱਟ ਕਰਨੀ ਹੈ ਤੇ ਆਪਣਾ ਜਿਹੜਾ ਸੌਦਾ ਕਰਨਾ ਬਹੁਤੀ ਕੀਮਤ ਦਾ, ਬਹੁਤੀ ਮਾਇਆ ਦਾ, ਤੇ ਉਹ ਸੌਦਾ ਵੀ ਪੂਰਾ ਤੈਅ ਕਰਨਾ, ਫਿਰ ਉੱਥੇ ਜਾਣਾ। ਨਹੀਂ ਤਾਂ ਉੱਥੇ ਕੈਂਸਲ ਹੀ ਕਰ ਦੇਣਾ ਵੀ ਮੈਂ ਨਹੀਂ ਤੁਹਾਡੇ ਕੋਲੇ ਆ ਸਕਦਾ। ਬਿਲਕੁਲ ਜੀ, ਬਿਲਕੁਲ। ਜਿੱਥੇ ਮਾਨਸਿਕ ਤਰੱਕੀ ਹੁੰਦੀ ਸਾਨੂੰ ਦਿਖਦੀ ਹੈ ਨਾ, ਜਿੱਥੇ ਨਾਲੇ ਬਾਬੇ ਨੇ ਇੰਨੀ ਹਿੰਮਤ ਕੱਢ ਕੇ ਜਿਹੜਾ ਲੋਕਾਂ ਦੇ ਨਾਲ ਕਿਤੇ ਲੱਤੋਂ ਪਕੜ ਘਸੀਟਿਆ ਪੜ੍ਹਦੇ ਆ, ਕਿਤੇ ਕੁਛ ਪੜ੍ਹਦੇ ਆ, ਕਿਤੇ ਉਹਨਾਂ ਨੂੰ ਕੋਈ ਆਖਿਆ ਪੂਤਨਾ ਕੋ ਕਹਿ ਬੇਤਾਲਾ, ਕੋਈ ਆਖਿਆ ਆਦਮੀ ਨਾਨਕ ਵਿਚਾਰਾ। ਮਤਲਬ ਮਨੁੱਖ ਨੇ ਹਰ ਤਰੀਕੇ ਦੇ ਨਾਲ ਗੁਰੂ ਪਾਤਸ਼ਾਹ ਜੀ ਨੂੰ ਆਪਣੇ ਆਪਣੇ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਵਾਰਤਾਲਾਪ ਕਰਨ ਦੀ ਕੋਸ਼ਿਸ਼ ਕੀਤੀ। ਜਿੱਥੇ ਉਹਨਾਂ ਨੂੰ ਲੱਗਿਆ ਵੀ ਇਹ ਤਾਂ ਸਾਡਾ ਖਲਾਰਾ ਪਾਉਣ ਲੱਗਾ, ਉਹਨਾਂ ਨੇ ਹਰ ਜਿਹੜੀ ਕੋਸ਼ਿਸ਼ ਸੀ ਉਹ ਕਰਨ ਦੀ ਕੋਸ਼ਿਸ਼ ਵੀ ਕੀਤੀ ਹੋਣੀ ਹੈ। ਔਰ ਬਾਪੂ ਜੀ, ਅਗਲੀ ਗੱਲ ਮੈਂ ਸੰਦਰਭ ਤੋਂ ਬਾਹਰ ਆਉਣਾ ਚਾਹੁੰਦਾ ਥੋੜਾ ਜਿਹਾ ਕਿ ਕੱਲ ਨੂੰ ਭਾਈ ਰਣਜੀਤ ਸਿੰਘ ਜੀ ਦਾ ਜਿਹੜਾ ਹੈਗਾ ਉਹ ਜਨਮ ਦਿਹਾੜਾ ਵੀ ਹੈ, 7 ਤਰੀਕ ਨੂੰ ਹੁੰਦਾ, 7 ਜੁਲਾਈ ਨੂੰ। ਹਾਂਜੀ। ਤੇ ਹੋਰਾਂ ਜਿੱਥੇ ਆਪਾਂ ਵੈਸੇ ਤਾਂ ਅੱਜ ਤੱਕ ਸੁਣਦੇ ਆਏ ਕਿ ਜਨਮ ਦਿਨ ਨਾ ਮਨਾਇਆ ਕਰੋ, ਆਹ ਨਾ ਕਰਾਇਆ ਕਰੋ, ਉਹ ਕਹਿੰਦੇ ਆ ਸਾਡੇ ਕੋਲੇ ਸੈਲੀਬ੍ਰੇਸ਼ਨ ਲਈ ਇੱਕ ਕੁਛ ਖਾਸ ਚੀਜ਼ਾਂ ਹੁੰਦੀਆਂ। ਕਹਿੰਦੇ ਇੱਕ ਬੰਦੇ ਦਾ ਜਨਮ, ਆਮ ਮਨੁੱਖ ਹੁੰਦਾ ਜਿਹੜਾ ਆਪਦਾ ਜਨਮ ਦਿਹਾੜਾ ਆਪਦੇ ਘਰੇ ਅਸੀਂ ਸੈਲੀਬ੍ਰੇਟ ਕਰ ਲੈਂਦੇ ਹਾਂ। ਇੱਕ ਉਹ ਖਾਸ ਸ਼ਖਸੀਅਤਾਂ ਹੁੰਦੀਆਂ, ਜਿਵੇਂ ਸਾਡੇ ਲਈ ਤਾਂ ਤੁਸੀਂ ਸਾਰੇ ਹੈਗੇ ਹੋ ਜਿਹੜੇ ਕਿ ਚੰਗੇ, ਸਾਨੂੰ ਲੱਗਦਾ ਕਿ ਸਾਡੇ ਲਈ ਸਮਾਜ ਲਈ ਚੰਗਾ ਕੁਛ ਕਰ ਰਹੇ ਆ ਤੇ ਅਸੀਂ ਉਹਨਾਂ ਦੇ ਲਈ, ਜਿਵੇਂ ਮੈਨੂੰ ਬੰਦਾ ਕਹਿੰਦਾ ਤੁਹਾਨੂੰ ਕਿਤੇ ਗੁਰੂ ਸਾਹਿਬਾਨਾਂ ਨੇ ਵੀ ਆਖਿਆ ਸੀ ਵੀ ਕਿਸੇ ਦਾ ਜਨਮ ਦਿਹਾੜਾ ਮਨਾਇਓ? ਤੇ ਮੈਂ ਕਿਹਾ ਗੁਰੂ ਸਾਹਿਬਾਨਾਂ ਨੇ ਕਿੱਥੇ ਆਖਿਆ ਸੀ ਵੀ ਸਾਡੇ ਦਿਨਾਂ ਨੂੰ ਜਿਹੜੇ ਪ੍ਰਕਾਸ਼ ਪੁਰਬ ਕਰਕੇ ਮਨਾਇਓ? ਤਾਂ ਉਹਨਾਂ ਦੇ ਕੋਲ ਕੋਈ ਜਵਾਬ ਨਹੀਂ ਸੀ। ਬਾਪੂ ਜੀ, ਇਹਦੇ ਬਾਰੇ ਇੱਕ ਗੱਲ ਜ਼ਰੂਰ ਆਪਾਂ ਕਰੀਏ ਵੀ ਹੁਣ ਅਸੀਂ ਉਹਨਾਂ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਤੇ ਭਾਈ ਰਣਜੀਤ ਸਿੰਘ ਨੂੰ ਸਾਡੇ ਵੱਲੋਂ, ਸਾਡੀ ਸਮੁੱਚੀ ਟੀਮ ਵੱਲੋਂ ਉਹਨਾਂ ਦੇ ਜਨਮ ਦਿਹਾੜੇ ਲਈ ਬਹੁਤ ਬਹੁਤ ਮੁਬਾਰਕਬਾਦ। ਆਪ ਜੀ ਵੀ ਉਹਨਾਂ ਦੇ ਲਈ ਜੋ ਸ਼ਬਦ ਕਹਿਣੇ ਚਾਹੋਗੇ ਜੀ, ਉਹ ਕਿਰਪਾ ਕਰਕੇ ਕਹਿ ਦਿਓ, ਸੰਗਤਾਂ ਨਾਲ ਸਾਂਝੇ ਕਰਿਓ। ਉੱਤੇ ਆਪਾਂ ਨੂੰ ਨਾ ਕਿਸੇ ਵੀ ਵਿਅਕਤੀ ਦੇ ਉਹਦੇ ਸਰੀਰ ਨਾਲ ਸਿੱਧਾ ਸੰਬੰਧ ਨਹੀਂ ਹੁੰਦਾ। ਸਰੀਰ ਤਾਂ ਇਸ ਕਰਕੇ ਸਤਿਕਾਰਯੋਗ ਹੈ ਕਿਉਂਕਿ ਸਰੀਰ ਦੇ ਰਾਹੀਂ ਕੰਮ ਹੁੰਦੇ ਨੇ, ਸਰੀਰ ਦੇ ਰਾਹੀਂ ਵਿਚਾਰ ਸਾਡੇ ਤੱਕ ਪਹੁੰਚਦੇ ਨੇ। ਅਸਲ ਦੇ ਵਿੱਚ ਜਿਹੜੀ ਸਾਨੂੰ ਨਹੀਂ ਪਤਾ ਕਿ ਕਬੀਰ ਜੀ ਦੀ ਸ਼ਕਲ ਕਿੰਨੀ ਕੁ ਸੋਹਣੀ ਸੀ, ਰਵਿਦਾਸ ਜੀ ਕਿੰਨੇ ਕੁ ਸੋਹਣੇ ਸੀ, ਉਹ ਉਹਨਾਂ ਹਾਲਤਾਂ ਦੇ ਵਿੱਚ ਉਹ ਕਿੰਨੇ ਵਿਚਾਰੇ ਸੋਹਣੇ ਹੋ ਹੀ ਨਹੀਂ ਸਕਦੇ, ਪਰ ਉਹਨਾਂ ਦੇ ਸੋਹਣੇ ਵਿਚਾਰਾਂ ਕਰਕੇ ਅੱਜ ਤੱਕ ਉਹਨਾਂ ਨੂੰ ਅਸੀਂ ਨਮਸਕਾਰਾਂ ਕਰਦੇ ਹਾਂ। ਬਿਲਕੁਲ ਇਸੇ ਤਰ੍ਹਾਂ ਜੇ ਭਾਈ ਰਣਜੀਤ ਸਿੰਘ ਹੈ, ਉਹ ਸਾਨੂੰ ਵਿਚਾਰ ਚੰਗੇ ਦੇ ਰਿਹਾ ਹੈ, ਉਹਨਾਂ ਵਿਚਾਰਾਂ ਦੀ ਕਦਰ ਹੈ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਉਹਨੂੰ ਵਧਾਈ ਦਿੰਦੇ ਹਾਂ ਕਿ ਇਹ ਜਿਹੜਾ ਕਾਫਲਾ ਜਿਵੇਂ ਵੱਡਾ ਹੁੰਦਾ ਜਾ ਰਿਹਾ ਹੈ, ਇਹ ਲਗਾਤਾਰ ਹੋਰ ਅੱਗੇ ਵੱਧਦਾ ਜਾਵੇ। ਇਹ ਜਿਹੜਾ ਵਿਚਾਰ ਨੇ, ਜੇ ਸੱਚਮੁੱਚ ਇਸੇ ਤਰ੍ਹਾਂ ਇਹ ਸਟੈਂਡ ਜਿਵੇਂ ਲਿਆ, ਉਹਨਾਂ ਨੇ ਲਗਾਤਾਰ ਅੱਗੇ ਚੱਲਦਾ ਗਿਆ ਤੇ ਬੜੇ ਲੰਮੇ ਸਮੇਂ ਤੱਕ ਇਹਨਾਂ ਦੀ ਇਸ ਘਾਲਣਾ ਨੂੰ ਲੋਕੀ ਯਾਦ ਕਰਨਗੇ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਬਾਪੂ ਜੀ ਆਪ ਜੀ ਦਾ। ਜੀ ਅੱਜ ਆਪਾਂ ਇੱਥੇ ਇਹਨੂੰ ਵਿਸ਼ਰਾਮ ਦਿੰਦੇ ਹਾਂ ਤੇ ਅਗਲੀਆਂ ਸਾਖੀਆਂ ਦੇ ਨਾਲ ਆਪਾਂ ਸਾਂਝ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਮੰਗਲਵਾਰ ਨੂੰ ਸ਼ਾਮ ਨੂੰ 7 ਵਜੇ। ਸਰੋਤਿਓ, ਮੈਂ ਤੁਹਾਡਾ ਇਸ ਪ੍ਰੋਗਰਾਮ ਦੇ ਲਈ ਹੋਸਟ ਕਰਨ ਵਾਲਾ ਸਤਬੀਰ ਸਿੰਘ ਡੋਡ ਤੇ ਬਾਪੂ ਜੀ ਸਰਦਾਰ ਇੰਦਰ ਸਿੰਘ ਜੀ ਕੱਗਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਸਹਿਯੋਗ ਕੀਤਾ ਔਰ ਸਾਨੂੰ ਜਨਮ ਸਾਖੀਆਂ ਦੇ ਵਿੱਚੋਂ ਅੱਜ ਜਿਹੜਾ ਸ਼ਿਵਨਾਬ ਬਾਰੇ ਆਪਾਂ ਗੱਲਬਾਤ ਕੀਤੀ, ਰਾਜੇ ਬਾਰੇ ਤੇ ਗੁਰੂ ਪਾਤਸ਼ਾਹ ਦਾ ਉੱਥੇ ਜਾਣਾ
ਉੱਥੇ ਪਹੁੰਚਣਾ, ਉੱਥੇ ਦਾ ਖਾਣਾ ਪੀਣਾ, ਤੇ ਗੁਰੂ ਪਾਤਸ਼ਾਹ ਜੀ ਦੇ ਇਹ ਵੀ ਕਹਿਣਾ ਕਿ ਉਹਨਾਂ ਨੇ ਬੱਚੇ ਦਾ ਮਾਸ ਰਿੰਨ ਕੇ ਖਾਧਾ। ਤੇ ਇਹ ਅਜਿਹੀਆਂ ਗੱਲਾਂ ਜਿਨ੍ਹਾਂ ਤੋਂ ਸਾਨੂੰ ਜਾਗਰੂਕ ਹੋਣ ਦੀ ਲੋੜ ਆ, ਜਿਹੜੀਆਂ ਸਾਖੀਆਂ ਸਾਡਾ ਤੇ ਸਾਡੇ ਗੁਰੂ ਪਾਤਸ਼ਾਹ ਜੀ ਦਾ ਕਿਰਦਾਰ ਜਿਹੜਾ ਵਿਗਾੜ ਕੇ ਪੇਸ਼ ਕਰਦੀਆਂ, ਉਹਨਾਂ ਦੇ ਜੀਵਨ ਜਾਂਚ ਸਿੱਖਣ ਦੀ ਬਜਾਏ ਕੁਝ ਹੋਰ ਦਾ ਹੋਰ ਬਣਾਇਆ ਹੋਇਆ। ਸੋ ਸਾਰਿਆਂ ਦਾ ਧੰਨਵਾਦ ਜੀ। ਬਾਪੂ ਜੀ ਆਪ ਜੀ ਦਾ ਧੰਨਵਾਦ। ਅਗਲੇ ਪ੍ਰੋਗਰਾਮ ਵਿੱਚ ਇਸੇ ਤਰੀਕੇ ਨਾਲ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ।